क्यों नौबत आई है टोल प्लाजे बंद करने की? लगता है कि पंजाब जिहड़ा हैगा अगले दिनों च टोल प्लाजिਆਂ ਤੋਂ मुक्ति पा रहा है। ਤੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਚੱਲਿਆ ਇਹ ਅੰਦੋਲਨ ਆ ਜਿਹੜਾ ਅੱਜ ਟੋਲ ਟੈਕਸ ਮੁਕਤੀ ਦੇ ਰੂਪ ਵਿੱਚ ਅੰਦੋਲਨ ਖੜਾ ਆ। ਤੁਸੀਂ ਪੂਰੇ ਭਾਰਤ ਦਾ ਬਾਜ਼ਾਰ ਹੋਵੇ, ਸੜਕਾਂ ਹੋਣ, ਸਾਰਿਆਂ ਤੇ ਕਬਜ਼ਾ ਹੋ ਰਿਹਾ। ਪਾਣੀ ਬਚਿਆ ਜਿੱਥੇ ਹੁਣ ਕਬਜ਼ੇ ਦੀ ਲੜਾਈ ਚੱਲ ਰਹੀ ਹੈ। ਸਾਡੀ ਪੂਰੀ ਖੇਤੀ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਔਰ ਦੇਣੀ ਕਿਹਨੂੰ? ਇਹ ਕਾਰਪੋਰੇਟ ਘਰਾਣਿਆਂ ਨੂੰ। ਜਿਵੇਂ ਸਰਕਾਰਾਂ ਇਹ ਸੋਚਦੀਆਂ ਨੇ ਵੀ ਕਿਸਾਨ ਹੁਣ ਸ਼ਾਂਤ ਹੋ ਗਏ ਨੇ, ਪਿੱਛੇ ਮੁੜ ਗਏ ਨੇ, ਪਰ ਨਹੀਂ। ਸਾਡੇ ਦੇਸ਼ ਦਾ ਸੰਯੁਕਤ ਮੋਰਚਾ ਵੀ ਜਿਉਂ ਦਾ ਤਿਉਂ ਕਾਇਮ ਹੈ ਔਰ ਅੰਦੋਲਨ ਵੀ ਜਿਹੜਾ ਇਹ ਉੱਭਰ ਰਿਹਾ ਹੈ। और जिस तरीके नाल टोल प्लाजा सिस्टम लागू किया गया वो कहते विकास के नाम से सारा कुछ कारपोरेट घराणिਆਂ ਨੂੰ ਦਿੱਤਾ जा रहा है। ਪੰਜਾਬ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਤਾਂ ਮਾਨ ਸਾਹਿਬ ਵੱਲੋਂ ਮੈਂ ਇਹ ਕਹਿਣਾ ਚਾਹੁੰਦਾ ਕਿ ਮਾਨ ਸਾਹਿਬ ਨੇ ਕੱਲ ਜਿਹੜਾ ਹੁਸ਼ਿਆਰਪੁਰ ਦਾ ਟੋਲ ਪਲਾਜ਼ਾ ਬੰਦ ਕੀਤਾ ਹੈ ਉਹ ਤੀਜਾ ਟੋਲ ਪਲਾਜ਼ਾ ਸੀਗਾ ਪਿਛਲੇ 3 ਮਹੀਨਿਆਂ ਦੇ ਦੌਰਾਨ। ਦੂਜੀਆਂ ਸਰਕਾਰਾਂ ਔਰ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਫਰਕ ਕੀ ਹੈ ਕਿ ਜੇਕਰ ਕਾਂਗਰਸ ਦੀ ਜਾਂ ਅਕਾਲੀ ਭਾਜਪਾ ਦੀ ਸਰਕਾਰ ਹੁੰਦੀ ਅੱਜ ਤਾਂ ਇਹ ਚੁੱਪ ਚਪੀਤੇ ਹੀ ਡੇਟ ਇਹਦੀ ਐਕਸਟੈਂਡ ਕਰ ਦਿੱਤੀ ਜਾਣੀ ਸੀ। ਤਾਂ ਫਿਰ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਹੈ, ਤੁਸੀਂ ਪੰਜਾਬ ਦੇ ਸਾਰੇ ਟੋਲ ਬੰਦ ਕਰੋ। ਜੇ ਅੱਜ ਸਰਕਾਰ ਉਹਨੂੰ ਰੱਦ ਕਰਦੀ ਹੈ ਤਾਂ ਉਹਨਾਂ ਨੇ ਕਾਲਮ ਦੇ ਵਿੱਚ ਇਸ ਤਰ੍ਹਾਂ ਆਪਣੇ ਹੱਥ ਵੱਢ ਕੇ ਦਿੱਤੇ ਹੋਏ ਨੇ ਇਹਨਾਂ ਦੇ ਅੱਗੇ ਕਿ ਉਹਨਾਂ ਨੂੰ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਰੁਖ ਕਰਨ ਲਈ ਉਹਨਾਂ ਨੂੰ ਇਸ ਗੱਲ ਦੀ ਉੱਥੇ ਜਾ ਕੇ ਪਲੀ ਮਿਲ ਜਾਂਦੀ ਹੈ। ਜਦੋਂ ਅਸੀਂ ਕੋਈ ਨਵਾਂ ਵਹੀਕਲ ਲੈਨੇ ਆ, ਚਾਹੇ ਉਹ ਛੋਟਾ ਚਾਹੇ ਉਹ ਵੱਡਾ, ਅਸੀਂ ਕੇਂਦਰ ਨੂੰ ਟੈਕਸ ਦੇ ਰੂਪ ਦੇ ਵਿੱਚ ਨਾਲ ਦੀ ਨਾਲ ਉਹ ਪੈਸੇ ਆਪਣੇ ਪੇ ਕਰਦੇ ਆ, ਤਾਂ ਦੁਬਾਰਾ ਫਿਰ ਟੈਕਸ ਕਿਉਂ? ਮਾਨ ਸਾਹਿਬ ਇਹ ਚਾਹੁੰਦੇ ਨੇ ਕਿ ਜਦੋਂ ਮਾਨ ਸਰਕਾਰ ਕਿਸੇ ਵੀ ਠੇਕੇਦਾਰ ਦੇ ਉੱਤੇ ਐਕਸ਼ਨ ਲਵੇ ਤਾਂ ਉਹ ਐਕਸ਼ਨ ਇਸ ਤਰ੍ਹਾਂ ਦਾ ਹੋਵੇ ਕਿ ਉਹ ਬਿਲਕੁਲ ਹੀ ਬੰਦ ਹੋਵੇ। ਪੰਜਾਬ ਸਰਕਾਰ ਵੀ ਦੇ ਸਕਦੀ ਹੈ, ਐਮਐਸਪੀ ਤੈਅ ਕਰ ਸਕਦੀ ਹੈ, ਕਾਨੂੰਨ ਬਣਾ ਸਕਦੀ ਹੈ, ਪੰਜਾਬ ਤੇ ਘੱਟ ਨਹੀਂ ਵਿਕੇਗੀ। ਉਹ ਹਾਲੇ ਤੱਕ ਕੋਈ ਵੀ ਇਹਨਾਂ ਕਿਸਾਨਾਂ ਦੇ ਪੱਖ ਦਾ ਨਹੀਂ ਕੀਤਾ। ਆਮ ਆਦਮੀ ਪਾਰਟੀ ਦੀ ਸਰਕਾਰ ਦੱਸਿਆ ਜੇ ਉਹਨਾਂ ਦੀ ਸਟੱਡੀ ਨਹੀਂ ਹੈਗੀ। ਉਹ ਕਹਿੰਦੇ ਨੇ ਵੀ ਮਾਰਚ ਮਹੀਨੇ ਵਿੱਚ ਅਸੀਂ ਖੇਤੀ ਪਾਲਿਸੀ ਲਿਆਵਾਂਗੇ। ਇੱਕ ਸਾਲ ਤਾਂ ਪਾਲਿਸੀ ਲਿਆਉਂਦਿਆਂ ਨੂੰ ਲੰਘ ਜਾਣਾ। खेती नीति कोई नहीं। MSP के मुद्दे ते जिहड़ियां फसलों ते सहमति बनी सी उन्हां फसलों ते भी कोई MSP दी नहीं गई। मैं नहीं कहता, देखो मैं अज टीवी ते बोल रहा, मैं ये नहीं कहता कि मान साहब सारे नालों चंगे ने, लेकिन मान साहब इन्हां दूजियां सरकारां दे नेतावां तो जरूर चंगे ने क्योंकि वो पंजाब दे किसानां लई पर्याप्त यतन कर रहे ने। देखो ਇਹਦਾ ਜਿਹੜਾ ਮਸਤਰਕਾ ਮਾਲਕਨ ਵਾਲਾ ਮਾਲਕੀ ਹੱਕ ਤਾਂ ਪਹਿਲੀ ਅਕਾਲੀ ਦਲ ਦੀ ਸਰਕਾਰ ਨੇ ਕਿਸਾਨਾਂ ਤੋਂ ਖੋਹ ਲਿਆ ਸੀਗਾ। ਤੁਹਾਡੇ ਯਾਦ ਹੋਣਾ ਕਿ 2011 ਚ ਜੱਜਮੈਂਟ ਦਿੱਤੀ ਸੀ, ਉਹ ਅੱਜ ਵੀ ਮੇਰੇ ਖਿਆਲ ਫਰਦਾਂ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸਰਕਾਰ ਹੁੰਦੀ ਸੀ, ਉਹਨਾਂ ਨੇ ਮਾਲਕਨ ਹੱਕ ਖੋਹ ਕੇ ਜਾਂ ਤਾਂ ਪੰਚਾਇਤਾਂ ਨੂੰ ਦੇ ਦਿੱਤੇ ਸੀ ਜਾਂ ਸ਼ਹਿਰਾਂ ਦੇ ਵਿੱਚ ਨਗਰ ਕੌਂਸਲਾਂ ਨੂੰ। ਕੋਈ ਹੱਲ ਨਹੀਂ ਹੈਗਾ, ਨਾ ਪੰਜਾਬ 'ਚ ਰੁਜ਼ਗਾਰ ਆ, ਨਾ ਮਜ਼ਦੂਰ ਲਈ ਕੰਮ ਆ। ਖੇਤੀ ਘਾਟੇ ਮੰਦਾ ਕਿੱਤਾ ਸਾਬਤ ਹੋਣ ਦਿਆ। ਕਿਸਾਨ ਸਾਡੇ ਰੋਜ਼ ਖੁਦਕੁਸ਼ੀਆਂ ਕਰ ਰਹੇ ਆ। नज़रिया की डिबेट जगतार सिंह सिद्धू वालों दर्शकों को सत श्री अकाल, स्वागत। अज आपां पंजाब के किसानी के मुद्दों ते बहस का केंद्र बिंदु लै रहे हैं। पंजाब लंबे समय तो ਵੱਖ-ਵੱਖ किसानी मंगां की गल कर लीए, मुद्दों की गल कर लीए, संघर्ष नाल जूझदा चलिया आ रहा। पर जे हुण इन्हां दिनां दा आपां जिक्र करते हैं तो किसान जथेबंदियां वालों टोल प्लाजा नूं अपनी मंगां नूं लैके अगली 15 जनवरी तक बंद कर दिता गया। जे कहिए कि लोकां लई वो जिहड़ा टैक्स है टैक्स तो मुक्त कर दिता गया लोकां नूं। गल केवल टोल प्लाजिਆਂ ਦੀ नहीं है, किसानी मंगां का भी सवाल है। MSP के मुद्दे की गल कर लीए, पानी जिस तरीके नाल कारपोरेट हाउस नूं वेचे जा रहे हैं उन्हां मुद्दों की गल कर लीए, जां समय ਦੀਆਂ ਸਰਕਾਰਾਂ ਜਿਹੜੀਆਂ ਮੀਟਿੰਗਾਂ ਹੁੰਦੀਆਂ ਉਹਨਾਂ ਮੀਟਿੰਗਾਂ ਦੇ ਕੋਈ ਨਤੀਜੇ ਜਦੋਂ ਸਾਹਮਣੇ ਨਹੀਂ ਆਉਂਦੇ ਤਾਂ ਉਹ ਵੀ ਫਿਰ ਕਿਧਰੇ ਨਾ ਕਿਧਰੇ ਸੰਘਰਸ਼ ਦਾ ਸੁਨੇਹਾ ਦਿੰਦੇ ਆ।
ਇਹਨਾਂ ਸਾਰੇ ਮੁੱਦਿਆਂ ਤੇ ਮੇਰੇ ਨਾਲ ਪੈਨਲ ਚਰਚਾ ਜਿਹੜੇ ਸਾਡੇ ਮਹਿਮਾਨ ਆਪਣਾ ਸਮਾਂ ਕੱਢ ਕੇ ਮੇਰੀ ਬੇਨਤੀ ਪ੍ਰਵਾਨ ਕਰਕੇ ਪੈਨਲ ਤੇ ਜੁੜੇ ਹੈ। ਮੈਂ ਦਰਸ਼ਕਾਂ ਨਾਲ ਪਹਿਲਾਂ ਉਹਨਾਂ ਦੀ ਜਾਣ ਪਛਾਣ ਕਰਾਉਣਾ ਹੈ। ਸਾਡੇ ਨਾਲ ਰਮਨ ਚਾਂਦੀ ਜੀ ਨੇ, ਆਮ ਆਦਮੀ ਪਾਰਟੀ ਦੇ ਬੁਲਾਰੇ ਨੇ। ਸਾਡੇ ਨਾਲ ਭਾਰਤੀ ਜਨਤਾ ਪਾਰਟੀ ਵੱਲੋਂ ਅਕਵਾਲ ਸਿੰਘ ਚੰਨੀ ਜੀ ਨੇ। ਉਹ ਦੋ ਕਿਸਾਨ ਯੋਧੇ ਜਿਨ੍ਹਾਂ ਨੇ ਲੰਬੇ ਸਮੇਂ ਤੋਂ ਦਿੱਲੀ 'ਚ ਸੰਘਰਸ਼ ਲੜਿਆ ਤੇ ਹੁਣ ਪੰਜਾਬ ਦੇ ਮੁੱਦਿਆਂ ਤੇ ਕਿਸਾਨੀ ਦੇ ਮੁੱਦਿਆਂ ਤੇ ਪੰਜਾਬ 'ਚ ਲੜਾਈ ਲੜ ਰਹੇ ਹੈ। ਸਰਵਣ ਸਿੰਘ ਪੰਧੇਰ ਨੇ, ਗੁਰਮੀਤ ਸਿੰਘ ਮਹਿਮਾ ਨੇ। ਚਾਰੇ ਮਹਿਮਾਨਾਂ ਨੂੰ ਮੈਂ ਪੈਨਲ ਤੇ ਆਉਣ ਲਈ ਆਪਣੇ ਦਰਸ਼ਕਾਂ ਵੱਲੋਂ, ਸਾਡੀ ਟੀਮ ਵੱਲੋਂ ਜੀ ਆਖਦਾ, ਵੈਲਕਮ ਕਰਦਾ। ਪੰਧੇਰ ਸਾਹਿਬ, ਪਹਿਲਾ ਸਵਾਲ ਤੁਹਾਡੇ ਤੋਂ ਲੈਣ ਲੱਗਿਆ। ਸਵਾਲ ਟੋਲ ਪਲਾਜ਼ਿਆਂ ਦਾ ਹੈ। ਟੋਲ ਪਲਾਜ਼ੇ ਬੰਦ ਕਰਨ ਦੀ ਇੱਕ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇੱਕ ਟੋਲ ਪਲਾਜ਼ਾ ਦੁਆਬੇ ਦੇ ਹੁਸ਼ਿਆਰਪੁਰ ਇਲਾਕੇ 'ਚ ਬੰਦ ਕੀਤਾ ਹੈ। ਕਿਉਂ ਨੌਬਤ ਆਈ ਹੈ ਟੋਲ ਪਲਾਜ਼ੇ ਬੰਦ ਕਰਨ ਦੀ? ਕੀ ਲੱਗਦਾ ਹੈ ਕਿ ਪੰਜਾਬ ਜਿਹੜਾ ਹੈਗਾ ਅਗਲੇ ਦਿਨਾਂ 'ਚ ਟੋਲ ਪਲਾਜ਼ਿਆਂ ਤੋਂ ਮੁਕਤੀ ਪਾ ਰਿਹਾ ਹੈ? ਪੰਧੇਰ ਸਾਹਿਬ, ਦੇਖੋ, ਟੋਲ ਪਲਾਜ਼ਿਆਂ ਦਾ ਇਕੱਲਾ ਸਵਾਲ ਆ ਜੀ। ਸਾਡੇ ਅੰਦੋਲਨ ਨੂੰ ਅੱਜ 21ਵਾਂ ਦਿਨ ਹੋ ਗਿਆ ਤੇ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਨੂੰ ਲੈ ਕੇ ਚੱਲਿਆ ਇਹ ਅੰਦੋਲਨ ਆ, ਜਿਹੜਾ ਅੱਜ ਟੋਲ ਟੈਕਸ ਮੁਕਤੀ ਦੇ ਰੂਪ ਵਿੱਚ ਅੰਦੋਲਨ ਖੜਾ ਆ। ਜਿੱਥੋਂ ਤੱਕ ਟੋਲ ਪਲਾਜ਼ਿਆਂ ਦਾ ਸਵਾਲ ਆ, ਇਹ ਕੇਂਦਰ ਤੇ ਪੰਜਾਬ ਸਰਕਾਰ ਨੇ ਇੱਕ ਮਾਡਲ ਲਿਆਂਦਾ ਵਾ ਜਿਹਨੂੰ ਉਹ ਵਿਕਾਸ ਕਹਿੰਦੇ ਆ। ਔਰ ਕੋਈ ਵੀ ਪੂੰਜੀ ਨਿਵੇਸ਼ ਸ਼ਬਦ ਵਰਤਿਆ ਜਾਂਦਾ, ਕੋਈ ਮੰਨ ਲਈ ਐਗਜ਼ਾਮਪਲ ਲਈ 1 ਰੁਪਈਆ ਪੂੰਜੀ ਨਿਵੇਸ਼ ਕਰਦਾ ਤੇ 5000 ਕਮਾਈ ਕਰਕੇ ਲੈ ਜਾਂਦਾ ਵਾ ਜੀ। ਜਿਹੜੇ ਉੱਥੇ ਕਿਰਤੀ ਲੋਕ ਕੰਮ ਤੇ ਰੱਖੇ ਜਾਂਦੇ ਆ, 5000 8000 12000 ਉਹਨਾਂ ਦੀ ਕਿਰਤ ਨੂੰ ਚੁੰਡਿਆ ਜਾਂਦਾ ਵਾ। ਬਹੁਤ ਥੋੜੇ ਪੈਸੇ ਮਿਲਦੇ ਆ ਉਹਨਾਂ ਨੂੰ, ਔਰ ਟੈਕਸ ਦੇ ਰੂਪ ਵਿੱਚ ਵੀ ਬਹੁਤਾ ਪੈਸਾ ਨਹੀਂ ਆ ਰਿਹਾ। ਵੱਡਾ ਮੁਨਾਫਾ ਕਾਰਪੋਰੇਟ ਕੰਪਨੀਆਂ ਪੰਜਾਬ ਚੋਂ ਕਮਾ ਕੇ ਖੜ ਰਹੀਆਂ ਨੇ। ਇੱਕ ਤਾਂ ਇਹ ਸੀਗਾ ਵੀ ਜਿਹੜੇ ਸਾਡੇ ਦੇਸ਼ ਦੇ ਅਸਾਸੇ ਆ, ਚਾਹੇ ਉਹ ਕੁਦਰਤੀ ਹੋਣ ਚਾਹੇ ਗੈਰ ਕੁਦਰਤੀ ਹੋਣ, ਉਹਨਾਂ ਤੇ ਕਾਰਪੋਰੇਟ ਕਬਜ਼ਾ ਕਰ ਰਿਹਾ ਤੇ ਹਾਕਮਾਂ ਦੇ ਉੱਤੇ ਤਾਂ ਜਨਤਾ ਦੀ ਨਿਗਾਹ, ਪਰ ਕਾਰਪੋਰੇਟ ਓਲੇ ਲੁਕੇ ਰਹਿੰਦੇ ਆ ਜਿਹੜੇ ਸਰਕਾਰਾਂ ਚਲਾਉਂਦੇ ਆ। ਅਸੀਂ ਜੇ ਪੂਰੇ ਦੇਸ਼ ਦੀ ਗੱਲ ਕਰ ਲਈਏ, ਕੋਲਾ ਖਨਨ ਹੋਵੇ, ਦੂਰ ਸੰਚਾਰ ਹੋਵੇ, ਹਵਾਬਾਜ਼ੀ ਖੇਤਰ ਹੋਵੇ, ਤੁਸੀਂ ਪੂਰੇ ਭਾਰਤ ਦਾ ਬਾਜ਼ਾਰ ਹੋਵੇ, ਸੜਕਾਂ ਹੋਣ, ਸਾਰਿਆਂ ਤੇ ਕਬਜ਼ਾ ਹੋ ਰਿਹਾ। ਪਾਣੀ ਬਚਿਆ ਜਿੱਥੇ ਹੁਣ ਕਬਜ਼ੇ ਦੀ ਲੜਾਈ ਚੱਲ ਰਹੀ ਹੈ। ਤਾਂ ਇੱਕ ਤਾਂ ਸੀਗਾ ਵੀ ਲੋਕਾਂ ਦਾ ਧਿਆਨ ਕਾਰਪੋਰੇਟ ਨੇ ਜਿਵੇਂ ਲੁੱਟ ਕਰ ਰਹੇ ਉਧਰ ਲੈ ਕੇ ਜਾਈਏ। ਦੂਸਰਾ ਸੀਗਾ ਵੀ ਜੇ ਅਸੀਂ ਕਾਰਪੋਰੇਟ ਘਰਾਣਿਆਂ ਤੋਂ ਮੁਕਤ ਕਰਾਉਣੇ ਇਹ ਮੁਲਕ, ਆਪਣਾ ਲਘੂ ਉਦਯੋਗ ਤੇ ਆਪਣਾ ਦੇਸੀ ਸਰਮਾਏਦਾਰ ਇੱਥੇ ਪ੍ਰਫੁੱਲ ਹੁੰਦਾ, ਉਹਦੀ ਕਿਉਂ ਲੋੜ ਆ? ਤੁਹਾਡਾ ਦੇਸੀ ਸਰਮਾਏਦਾਰ ਦੇਸੀ ਢੰਗ ਨਾਲ ਕੰਮ ਕਰਦਾ, ਲੇਬਰ ਬਹੁਤ ਲੱਗਦੀ ਆ, ਟੈਕਨੀਕ ਬਹੁਤ ਘੱਟ ਆ। ਤੁਹਾਡਾ ਲਘੂ ਉਦਯੋਗ ਤੇ ਹੈ ਹੀ ਛੋਟੇ ਬੰਦੇ ਵਾਲੀ ਆਧਾਰਿਤ ਹੋਵੇ ਤਾਂ ਉਹ ਤਾਂ ਲਗਭਗ ਮੁੱਕਿਆ ਪਿਆ ਵਾ। ਆਖਰ ਲੋੜ ਤਾਂ ਇਹਨਾਂ ਦੀ ਵੀ ਹੈ। ਬਿਲਕੁਲ, ਇਸ ਕਰਕੇ ਆ ਵੀ ਆਹ ਗੱਲ ਤੇ ਚਰਚਾ ਕਰਾਈਏ ਵੀ ਆ ਕੇ। ਦੂਸਰਾ ਅਸੀਂ ਸਰਕਾਰ ਨੂੰ ਕਿਹਾ ਵੀ ਜੇ ਤੁਸੀਂ ਚਾਹੁੰਦੇ ਹੋ ਵੀ ਟੋਲ ਰਹਿਣ, ਇਹ ਵਿਕਾਸ ਮਾਡਲ ਠੀਕ ਆ, ਸਰਕਾਰ ਇਹਨੂੰ ਜਨਤਕ ਖੇਤਰ ਵਿੱਚ ਐਲਾਨ ਕਰ ਦੇਵੇ, ਠੀਕ ਹੈ ਜੀ। ਦੂਸਰਾ ਵੀ ਮੁਲਾਜ਼ਮ ਪੱਕੇ ਕਰ ਲਵੇ, ਟੋਲ ਘੱਟ ਕਰ ਦੇਵੇ, ਜਿਵੇਂ ਇੱਕ ਤਰੀਕਾ ਵੀ ਨੋ ਲੋਸ ਨੋ ਪ੍ਰੋਫਿਟ ਤੇ ਚਲਾ ਲਓ। ਸਾਡੇ ਪੰਜਾਬ ਨੂੰ ਪੈਸਾ ਜਾਊਗਾ, ਸਾਡੇ ਖਜ਼ਾਨੇ 'ਚ ਜਾਊਗਾ, ਸਾਨੂੰ ਰੁਜ਼ਗਾਰ ਮਿਲੂਗਾ ਜੀ। ਉਹਦਾ ਕੁਝ ਸਾਨੂੰ ਪਤਾ ਲੱਗੂਗਾ। ਜਦੋਂ ਤੱਕ ਟੋਲ ਮੁਕਤ ਹੋਣ ਪੰਜਾਬ ਦਾ ਸਵਾਲ ਆ, ਮੁੱਖ ਮੰਤਰੀ ਸਾਹਿਬ ਗਏ, ਚੰਗੀ ਗੱਲ ਆ, ਅਸੀਂ ਨਹੀਂ ਕਹਿੰਦੇ ਵੀ ਉਹਦੀ ਡੇਟ ਮੁੱਕ ਗਈ ਸੀ, ਚੰਗੀ ਗੱਲ ਹੋ ਗਈ, ਬੰਦ ਕਰਵਾਤਾ। ਆਮ ਆਦਮੀ ਦੀ ਪਾਰਟੀ ਕੀ ਸੈਂਟਰ 'ਚ ਉਹਦੀ ਪਾਰਟੀ ਸਕਦੀ ਵੀ ਸਾਡੀ ਇਹ ਨੀਤੀ ਹੈ ਵੀ ਅਸੀਂ ਨਹੀਂ ਚਾਹੁੰਦੇ ਪੰਜਾਬ 'ਚ ਦੱਸ ਸਕਦੇ ਆ ਉਹਨਾਂ ਦੀ ਪਾਰਟੀ ਵੀ ਅਸੀਂ ਨਹੀਂ ਚਾਹੁੰਦੇ ਟੋਲ ਹੋਣ, ਕਿਉਂਕਿ ਜਦੋਂ ਲੋਕ ਗੱਡੀ ਲੈਂਦੇ ਨੇ ਤੇ ਰੋਡ ਟੈਕਸ ਉਹਨਾਂ ਨੇ ਪਹਿਲਾਂ ਭਰਿਆ, ਉਹਨਾਂ ਕੋਲ ਲਿਆ ਜਾਂਦਾ। ਤਾਂ ਫਿਰ ਇਹੀ ਆ ਵੀ ਇਹ ਲੋਕਾਂ ਨੂੰ ਜਾਗਰਤ ਕੀਤਾ ਵਾ। ਕੁਝ ਸਮੇਂ ਲਈ ਪੰਜਾਬੀਆਂ ਨੂੰ ਰਾਹਤ ਦਿੱਤੀ ਗਈ ਆ, ਉਹਦੇ ਵਿੱਚ ਕਿਸਾਨਾਂ ਮਜ਼ਦੂਰਾਂ ਦੀ ਮੂਵਮੈਂਟ ਡਿਵੈਲਪ ਕਰਨ ਦੇ ਯਤਨ ਵੀ ਹੈਗੇ ਆ ਵੀ ਪੰਜਾਬੀ ਜਿੰਨਾ ਚਿਰ ਇਕੱਠੇ ਨਾ ਹੋਣਗੇ, ਖੇਤੀ ਮਾਰੀ ਗਈ, ਸਾਰੇ ਮਾਰੇ ਜਾਣੇ ਆ, ਚਾਹੇ ਉਹ ਸ਼ਹਿਰਾਂ ਵਾਲੇ ਹੋਣ ਪਿੰਡਾਂ ਹੋਣ, ਕਿਉਂਕਿ ਇਹਦਾ ਅਰਥ ਜ਼ਿਆਦਾ ਇਹਦੀ ਇੰਨੀ ਬੇਸ ਹੀ ਖੇਤੀ ਹੈਗਾ ਜੀ। ਕੋ ਸੋਚੇ ਇਸ ਅੰਦੋਲਨ ਨੂੰ ਚਲਾਉਣ ਦੇ ਪਿੱਛੇ ਨਜ਼ਰ ਜੀ। ਪੰਧੇਰ ਸਾਹਿਬ, ਤੁਹਾਡਾ ਵਿਊ ਪੁਆਇੰਟ ਆ ਕੇ ਆਪਾਂ ਫੇਰ ਆਵਾਂਗੇ ਕਿਸਾਨੀ ਮੁੱਦਿਆਂ ਲੈ ਕੇ ਤੁਹਾਡੇ ਵੱਲ। ਮਹਿਮਾ ਜੀ, ਇੱਕ ਸਵਾਲ ਮੈਂ ਤੁਹਾਡੇ ਤੋਂ ਵੀ ਜ਼ਰੂਰ ਲੈਣਾ ਚਾਹਾਂਗਾ। ਜਿੱਦਾਂ ਪੰਧੇਰ ਸਾਹਿਬ ਨੇ ਗੱਲ ਕੀਤੀ ਹੈ ਟੋਲ ਪਲਾਜ਼ਾ ਦੀ, ਕਿ ਕਿਉਂ ਜਿਹੜਾ ਹੈਗਾ ਅਗਲੇ ਦਿਨਾਂ 'ਚ ਬੰਦ ਕਰਨੇ ਪੈ ਰਹੇ, ਕਿਸ ਅੰਦੋਲਨ ਦੀ ਵਜ੍ਹਾ ਕਰਕੇ,
ਕਿਹੜੇ ਸਵਾਲ ਜਿਹੜੇ ਹੈਗੇ ਉੱਠ ਰਹੇ ਆ ਤੇ ਕਿਉਂ ਜ਼ਰੂਰੀ ਹੈ। ਮਹਿਮਾ ਜੀ, ਜਿੱਦਾਂ ਦੂਜੇ ਮੁੱਦਿਆਂ ਦੀ ਗੱਲ ਕਰਦੇ ਹਾਂ, ਬਹੁਤ ਸਾਰੇ ਮੁੱਦੇ ਹੈ ਕੇਂਦਰ ਤੇ ਪੰਜਾਬ ਨਾਲ ਜੁੜੇ ਹੋਏ, ਦੋਹਾਂ ਸਰਕਾਰਾਂ ਦੇ ਨਾਲ ਜਿਹੜਾ ਸੰਘਰਸ਼ ਇਸ ਵੇਲੇ ਪੰਜਾਬ 'ਚ ਉੱਠ ਰਿਹਾ, ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ? ਵੇਖੋ ਜੀ, ਸੰਘਰਸ਼ ਸਾਡਾ ਅੱਜ ਨਹੀਂ ਸ਼ੁਰੂ ਹੋਇਆ। ਸਾਡਾ ਸੰਯੁਕਤ ਕਿਸਾਨ ਮੋਰਚਾ ਜਦ ਤੋਂ ਹੋਂਦ 'ਚ ਆਇਆ ਹੈ, ਲਾਕਡਾਊਨ ਤੋਂ ਜ਼ਿਆਦਾ ਬਾਅਦ ਜਦੋਂ ਖੇਤੀ ਬਿੱਲ ਲਿਆਂਦੇ ਗਏ ਤਦ ਤੋਂ ਹੀ ਜਿਹੜਾ ਸਾਡੀ ਪੂਰੀ ਖੇਤੀ ਨੂੰ ਹੜੱਪਣ ਦੀ ਕੋਸ਼ਿਸ਼ ਕੀਤੀ ਔਰ ਦੇਣੀ ਕਿਹਨੂੰ, ਇਹ ਕਾਰਪੋਰੇਟ ਘਰਾਣਿਆਂ ਨੂੰ। ਔਰ ਉਹਦੇ ਤੇ ਸਾਡੀ ਕਿਸਾਨੀ ਇਕੱਠੀ ਹੋਈ। ਔਰ ਜਿਹੜਾ ਸਵਾਲ ਵੱਡਾ ਖੜਾ ਹੋਇਆ ਹੈ ਕਿ ਜਦੋਂ ਸਾਡੇ ਦੇਸ਼ ਦਾ ਪੂਰਾ ਜਿਹੜਾ ਉਦਯੋਗਿਕ ਖੇਤਰ ਹੈ ਉਹ ਇਹ ਕਾਰਪੋਰੇਟ ਘਰਾਣਿਆਂ ਨੂੰ ਦੇ ਦਿੱਤਾ ਗਿਆ, ਉਦੋਂ ਬਾਅਦ ਜਿਹੜਾ ਪਬਲਿਕ ਸੈਕਟਰ ਜਿੰਨੇ ਅਦਾਰੇ ਨੇ ਉਹ ਵੀ ਸਾਡੇ ਜਿਹੜੇ ਨੇ ਉਹ ਵੀ ਇਹਨਾਂ ਕਾਰਪੋਰੇਟ ਘਰਾਣਿਆਂ ਨੂੰ ਦੇ ਦਿੱਤੇ ਗਏ ਨੇ। ਤਾਂ ਸਾਡਾ ਖੇਤੀ ਦਾ ਇੱਕ ਬਚਿਆ ਸੀ, ਉਹ ਵੀ ਦੇਣਾ ਸੀ, ਉਹਦੇ ਤੇ ਅਸੀਂ ਖੜ ਕੇ ਲੜਾਈ ਲੜੀ ਚੱਲੀ। ਤਾਂ ਥੋੜੀ ਸਰਕਾਰ ਪਿੱਛੇ ਹਟੀ ਕਿ 3 ਬਿੱਲ ਜਿਹੜੇ ਉਹ ਰੱਦ ਕੀਤੇ, ਥੋੜਾ ਰੋਕ ਬਣਿਆ ਸੀ। ਉਸ ਤੋਂ ਅਗਲੀ ਗੱਲ ਜਿਹੜੀ ਹੈ ਕਿ ਜਿਹੜੀਆਂ ਸਾਡੀਆਂ ਅੰਦੋਲਨ ਜਦੋਂ ਸਰਕਾਰ ਨੇ ਵਾਅਦਾ ਕਰ ਲਿਆ, ਉਹਦੀਆਂ ਮੰਗਾਂ ਜਿਹੜੀਆਂ ਸਾਡੀਆਂ ਰਹਿ ਗਈਆਂ, ਤਾਂ ਉਹ ਹਾਲੇ 1.5 ਸਾਲ ਹੋ ਗਿਆ ਹੈ, ਉਹ ਸਾਡੀਆਂ ਮੰਗਾਂ ਵੱਲ ਜਿਹੜਾ ਕੰਨ ਨਹੀਂ ਧਰਿਆ ਜਾ ਰਿਹਾ ਵੀ ਕਿਸਾਨ ਦੇਸ਼ ਦੇ ਵਿੱਚ ਹੈਗੇ ਨੇ, ਜਦ ਕਿ ਪੂਰੀ ਦੁਨੀਆ ਦੇ ਵਿੱਚ ਅੰਨ ਦਾ ਸੰਕਟ ਆਇਆ ਹੋਇਆ ਹੈ। ਔਰ ਜਿਹੜਾ ਭਾਰਤ ਹੈ ਉਹ ਆਤਮ ਨਿਰਭਰ ਹੈ ਔਰ ਵਿਦੇਸ਼ਾਂ ਨੂੰ ਵੀ ਜਿਹੜਾ ਅੰਨ ਭੇਜ ਰਿਹਾ, ਜਿਹੜਾ ਸਾਡਾ ਭਾਰਤ ਹੈ ਉਹ ਕਮਾਈ ਕਰ ਰਿਹਾ। ਤਾਂ ਇਸ ਸਾਰੇ ਨੂੰ ਕੰਟਰੋਲ ਕਰਨ ਵਾਲੇ ਵੱਧ ਰਹੇ ਨੇ। ਤੇ ਜਿਹੜਾ ਇਹ ਸਾਡਾ ਅੰਦੋਲਨ ਚੱਲ ਰਿਹਾ ਹੈ, ਜਿਹੜਾ ਭਾਵੇਂ ਭਦੇਰ ਸਾਹਿਬ ਦੀ ਜਥੇਬੰਦੀ ਦਾ ਜਾਂ ਸਾਡੇ ਸੰਯੁਕਤ ਕਿਸਾਨ ਮੋਰਚੇ ਨੇ ਪਿੱਛੇ ਵੀ ਲੜਿਆ, ਤਾਂ ਉਹਦੇ 'ਚ ਜਿਹੜਾ ਹੈ ਕਿ ਸਾਡੀਆਂ ਮੰਗਾਂ ਹਾਲੇ ਖੜੀਆਂ ਨੇ। ਅੰਦੋਲਨ ਜਿਹੜਾ ਚੱਲਣਾ ਹੈ ਉਹਦਾ ਅਗਲਾ ਕਾਰਨ ਇਹ ਹੈ ਕਿ ਜਿਵੇਂ ਸਰਕਾਰਾਂ ਇਹ ਸੋਚਦੀਆਂ ਨੇ ਵੀ ਕਿਸਾਨ ਹੁਣ ਸ਼ਾਂਤ ਹੋ ਗਏ ਨੇ, ਪਿੱਛੇ ਮੁੜ ਗਏ ਨੇ, ਪਰ ਨਹੀਂ। ਸਾਡੇ ਦੇਸ਼ ਦਾ ਸੰਯੁਕਤ ਮੋਰਚਾ ਵੀ ਜਿਉਂਦਾ ਤਿਉਂ ਕਾਇਮ ਹੈ ਔਰ ਅੰਦੋਲਨ ਵੀ ਜਿਹੜਾ ਇਹ ਉੱਭਰ ਰਿਹਾ ਹੈ। ਔਰ ਉਹਦਾ ਕਾਰਨ ਇਹ ਹੈ ਕਿ ਜਿਹੜੇ ਜਿਵੇਂ ਸਰਕਾਰ ਇਹ ਸੋਚਦੇ ਨੇ ਵੀ ਸਾਡੀ 5 ਸਾਲ ਹੋ ਗਿਆ ਸਰਕਾਰ ਬਣ ਗਈ, ਜਾਂ ਬੀਜੇਪੀ ਸੋਚਦੀ ਸਾਡੀ 5 ਸਾਲ ਹੋ ਗਏ ਸਰਕਾਰ ਬਣ ਗਈ ਔਰ 5 ਸਾਲ ਚੱਲੂਗੀ, ਤਾਂ ਇਹ ਵਹਿਮ ਕੱਢਦੇ ਨੇ। ਹੁਣ ਸਾਡਾ ਜਿਹੜਾ ਕਿਸਾਨਾਂ ਦਾ ਸੰਯੁਕਤ ਕਿਸਾਨ ਮੋਰਚਾ, ਉਹਦੇ 'ਚ ਜਿੰਨੀਆਂ ਵੀ ਅੱਡ-ਅੱਡ ਤਰ੍ਹਾਂ ਦੀਆਂ ਜਥੇਬੰਦੀਆਂ, ਉਹਦਾ ਵੀ ਇੱਕ ਇਹ ਪਲੇਟਫਾਰਮ ਬਣ ਗਿਆ ਹੈ। ਤਾਂ ਜਿੰਨੀਆਂ ਵੀ ਜਥੇਬੰਦੀਆਂ ਨੇ ਪੂਰਾ ਦੇਸ਼ ਦੇ ਇਹ ਲੜ ਰਹੀਆਂ ਨੇ, ਜਿਹੜੀਆਂ ਉਹ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਲੜ ਰਹੀਆਂ ਨੇ। ਔਰ ਇਹ ਜਿਹੜੇ ਪੰਜਾਬ ਦੇ ਵਿੱਚ ਟੋਲ ਰੋਕੇ ਗਏ ਨੇ, ਇਹ ਇੱਕ ਉਹਦਾ ਸਿੰਬਲ ਹੈ ਵੀ ਇਹ ਕਾਰਪੋਰੇਟ ਘਰਾਣਿਆਂ ਦੇ ਜਿਹੜੀਆਂ ਸੜਕਾਂ ਨੇ ਕਾਰਪੋਰੇਟ ਘਰਾਣਿਆਂ ਕੋਲੇ ਨੇ, ਇੱਥੇ ਸਾਡੀ ਸਿੱਧੀ ਲੁੱਟ ਹੋ ਰਹੀ ਹੈ। ਔਰ ਇਹ ਜਿਹੜੀ ਸਾਡੀ ਇਹ ਜਥੇਬੰਦੀ ਨੇ ਕੀਤਾ, ਇਹ ਐਲਾਨ ਕਰਕੇ ਰੋਕੇ ਨੇ, ਲੋਕਾਂ ਦਾ ਧਿਆਨ ਇੱਧਰ ਖਿੱਚਿਆ ਹੈ। ਪਹਿਲਾਂ ਵੀ ਜਦੋਂ ਅਸੀਂ ਰੋਕਿਆ ਸੀ, ਸਾਡਾ ਅੰਦੋਲਨ ਦਾ ਇੱਕ ਮਾਡਲ ਬਣਿਆ, ਸਾਡੇ ਪੰਜਾਬ ਦਾ ਜਿਹੜਾ ਮਾਡਲ ਸੀ, ਘੋਲ ਦਾ ਮਾਡਲ, ਉਹ ਇਹ ਸੀ ਕਿ ਪਹਿਲਾਂ ਅਸੀਂ ਰੇਲਾਂ ਰੋਕੀਆਂ, ਇਹ ਸਰਕਾਰ ਦੀਆਂ ਸੀ, ਉਹਦੇ ਤੇ ਦਾਬ ਦਿੱਤੀ। ਉਸ ਤੋਂ ਬਾਅਦ ਜਿਹੜਾ ਰਿਲਾਇੰਸ ਦੇ ਪੰਪ, ਕਿ ਇਹ ਵੱਡਾ ਇੱਕ ਘਰਾਣਾ ਕਾਰਪੋਰੇਟ ਦਾ ਭਾਰਤ ਦਾ ਜਿਹੜਾ ਸਾਡੇ ਦੇਸ਼ ਨੂੰ ਹੜੱਪ ਰਿਹਾ, ਖੇਤੀ 'ਚ ਆ ਰਿਹਾ ਹੜੱਪਣ, ਉਹਦੇ ਜਿਹੜਾ ਉਹਦੇ ਪੰਪ ਰੋਕੇ, ਉਹਦੇ ਜਿਹੜੇ ਮਾਲ ਰੋਕੇ। ਉਹਦੇ ਬਾਅਦ ਜਿਹੜੀ ਬੀਜੇਪੀ ਸਰਕਾਰ ਹੈ ਜਿਹੜੀ ਇਹਨੂੰ ਲੈ ਕੇ ਆ ਰਹੀ ਹੈ, ਉਹਨੂੰ ਵੀ ਜਿਹੜਾ ਉਹਦੇ ਘਰਾਂ ਦੇ ਅੱਗੇ ਮੁਜ਼ਾਹਰੇ ਧਰਨੇ ਲਾ ਕੇ ਉਹਨਾਂ ਨੂੰ ਵੀ ਬਲੌਕ ਕੀਤਾ ਗਿਆ ਪੰਜਾਬ 'ਚ। ਔਰ ਜਿਹੜਾ ਇਹ ਟੋਲ ਉਸ ਟਾਈਮ ਵੀ ਲਗਾਤਾਰ 13 ਮਹੀਨੇ ਬੰਦ ਰਹੇ। ਉਹ ਇੱਕ ਸਾਡਾ ਘੋਲ ਦਾ ਮਾਡਲ ਹੈ। ਤਾਂ ਅੱਜ ਇਹ ਸਾਡੇ ਜਿਹੜੀਆਂ ਮੰਗਾਂ ਜਦੋਂ ਨਹੀਂ ਮੰਨੀਆਂ ਜਾ ਰਹੀਆਂ, ਸਾਡੇ ਕਿਸਾਨਾਂ ਨੂੰ ਲਗਾਤਾਰ ਵਿਸ਼ਵਾਸ ਵੀ ਭੰਗ ਕਰ ਦਿੱਤਾ ਗਿਆ, ਵਿਸ਼ਵਾਸਘਾਤ ਕੀਤਾ ਗਿਆ ਸਾਡੇ ਨਾਲ। ਲਖੀਮਪੁਰ ਖੀਰੀ ਵਾਲਾ ਮਸਲਾ ਉਦਾਂ ਹੀ ਖੜਾ ਹੋਇਆ ਹੈ। ਔਰ ਨਵੇਂ ਹਮਲੇ ਜਿਹੜੇ ਆ ਰਹੇ ਨੇ, ਉਹ ਇਹ ਆ ਕਿ ਪਾਣੀ ਜਦੋਂ ਹੜੱਪਣ ਜਾ ਰਿਹਾ, ਤੇ ਜੀਰੇ ਵਾਲੀ ਫੈਕਟਰੀ ਜਿਹੜੀ ਹੈ ਉਹ ਕਿਸਾਨਾਂ ਨੇ ਰੋਕੀ ਹੋਈ ਹੈ, 40 ਪਿੰਡਾਂ ਦਾ ਪਾਣੀ ਬਿਲਕੁਲ ਗੰਦਾ ਹੋ ਗਿਆ। ਤਾਂ ਜਿਹੜੀ ਕੇਂਦਰ ਸਰਕਾਰ ਤੇ ਹਮਲਾ ਕਰ ਰਹੀ ਹੈ, ਪੰਜਾਬ ਸਰਕਾਰ ਵੀ ਉੱਥੇ ਕੱਲ ਦਾ ਹਮਲਾ ਕਰੀ ਬੈਠੀ ਹੈ, ਪਿੱਛੇ ਸਾਡੇ ਪੁਲਿਸ ਲਾਈ ਹੋਈ, ਘੇਰਾਬੰਦੀ ਕੀਤੀ ਹੋਈ ਹੈ। ਤੋ ਇਸ ਲਈ ਜਦੋਂ ਕਿਸਾਨੀ ਤੋਂ ਜ਼ਮੀਨ ਖੋਣੀ ਹੈ, ਵਾਤਾਵਰਨ ਖੋਣਾ, ਹਵਾ ਖੋਣੀ ਹੈ, ਸਾਰਾ ਕੁਝ ਹੀ ਖੋਇਆ ਜਾ ਰਿਹਾ, ਤਾਂ ਅੰਦੋਲਨ ਕਿਸਾਨ ਤੇ ਸੁਭਾਵਿਕ ਹੈ ਵੀ ਜੀ ਮਹਿਮਾ ਜੀ, ਬਿਲਕੁਲ ਤੁਹਾਡੇ ਮੁੱਖ ਮੁੱਦਿਆਂ ਤੇ ਤੁਹਾਡੀ ਗੱਲ ਆ ਗਈ ਹੈ। ਫਿਰ ਮੈਂ ਆਉਣਾ ਇਹਨਾਂ ਸਵਾਲਾਂ ਨੂੰ ਲੈ ਕੇ। ਪਹਿਲਾ ਸਵਾਲ ਮੈਂ ਪੰਜਾਬ ਵੱਲੋਂ ਜਿਹੜਾ ਰਮਨਚੰਦ ਜੀ ਤੁਹਾਡੇ ਤੋਂ ਲੈਣ ਲੱਗਿਆ। ਦੇਖੋ, ਕਿਸਾਨਾਂ ਦਾ ਵੀ ਕਹਿਣਾ ਕਿ ਕੱਲ੍ਹ ਮੁੱਖ ਮੰਤਰੀ ਨੇ ਆਪ ਇੱਕ ਟੋਲ ਪਲਾਜ਼ਾ ਬੰਦ ਕਰਵਾਇਆ, ਕਹਿੰਦੇ ਚੰਗੀ ਗੱਲ ਹੈ, ਪਰ ਜਿਸ ਤਰੀਕੇ ਨਾਲ ਟੋਲ ਪਲਾਜ਼ਾ ਸਿਸਟਮ ਲਾਗੂ ਕੀਤਾ ਗਿਆ, ਉਹ ਕਹਿੰਦੇ ਵਿਕਾਸ ਦੇ ਨਾਂ 'ਤੇ ਸਾਰਾ ਕੁਝ ਕਾਰਪੋਰੇਟ ਘਰਾਣਿਆਂ ਨੂੰ ਦਿੱਤਾ ਜਾ ਰਿਹਾ ਹੈ, ਖੇਤੀ ਹਵਾਲੇ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਸੇ ਤਰੀਕੇ ਨਾਲ ਜਿਹੜੀ ਪਾਣੀਆਂ ਦੇ ਮੁੱਦੇ 'ਤੇ ਵੀ ਲੜਾਈ ਲੜੀ ਜਾ ਰਹੀ ਹੈ। ਇਹਦੇ ਲਈ ਪੰਜਾਬ ਦੀ ਗੱਲ ਕਰ ਲਈਏ ਚਾਹੇ ਕੇਂਦਰ ਦੀ ਗੱਲ ਕਰ ਲਈਏ, ਕਿਧਰੇ ਨਾ ਕਿਧਰੇ ਦੋਨੇ ਸਰਕਾਰਾਂ ਕਾਰਪੋਰੇਟ ਘਰਾਣਿਆਂ ਦੀ ਹਾਮੀ ਭਰਦੀਆਂ। ਜੀ ਰਮਨਚੰਦ ਜੀ। ਧੰਨਵਾਦ ਸਿੱਧੂ ਸਾਹਿਬ। ਮੈਂ ਆਪਣੇ ਦੋਨੇ ਹੀ ਸਤਿਕਾਰਯੋਗ ਕਿਸਾਨ ਵੀਰਾਂ ਨੂੰ ਸੁਣਿਆ ਜੀ, ਤੇ ਮੈਂ ਪੰਜਾਬ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਤਾਂ ਮਾਨ ਸਾਹਿਬ ਵੱਲੋਂ ਮੈਂ ਇਹ ਕਹਿਣਾ ਚਾਹੁੰਦਾ ਕਿ ਮਾਨ ਸਾਹਿਬ ਨੇ ਕੱਲ ਜਿਹੜਾ ਹੁਸ਼ਿਆਰਪੁਰ ਦਾ ਟੋਲ ਪਲਾਜ਼ਾ ਬੰਦ ਕੀਤਾ ਹੈ, ਉਹ ਤੀਜਾ ਟੋਲ ਪਲਾਜ਼ਾ ਸੀਗਾ ਪਿਛਲੇ 3 ਮਹੀਨਿਆਂ ਦੇ ਦੌਰਾਨ। ਸਭ ਤੋਂ ਪਹਿਲਾਂ, ਜਿਵੇਂ ਮੈਂ ਰਾਤ ਵੀ ਡਿਬੇਟ ਮੈਂ ਕਰਕੇ ਹਟਿਆ ਦੂਸਰੇ ਚੈਨਲਾਂ ਤੇ, ਸਭ ਤੋਂ ਪਹਿਲਾਂ ਤਾਂ ਮੈਂ ਪੰਜਾਬ ਦੀ ਜਨਤਾ ਨੂੰ ਔਰ ਮੈਂ ਆਪਣੇ ਕਿਸਾਨ ਵੀਰਾਂ ਨੂੰ ਇਹ ਕਹਿਣਾ ਚਾਹੁੰਦਾ ਕਿ
ਜਿਵੇਂ ਵਿਰੋਧੀ ਗੱਲਾਂ ਉਠਾਉਂਦੇ ਨੇ ਕਿ ਮਾਨ ਸਾਹਿਬ 15 ਸਾਲ ਬਾਅਦ ਬੰਦ ਕੀਤੇ ਹੋਏ ਟੋਲ ਪਲਾਜ਼ਾ ਜਿਨ੍ਹਾਂ ਦੀ ਮਿਆਦ ਖਤਮ ਹੋ ਜਾਂਦੀ ਹੈ ਤਾਂ ਉੱਥੇ ਪਹੁੰਚ ਜਾਂਦੇ ਨੇ। ਮੈਂ ਇੱਕ ਗੱਲ ਦੁਹਰਾਉਣਾ ਚਾਹੁੰਦਾ ਔਰ ਦੱਸਣਾ ਚਾਹੁੰਦਾ ਕਿ ਮਾਨ ਸਾਹਿਬ ਨੂੰ ਉਸ ਟੋਲ ਪਲਾਜ਼ਾ ਤੇ ਪਹੁੰਚਣ ਦੀ ਲੋੜ ਕਿਉਂ ਪੈਂਦੀ ਹੈ। ਉਹ ਇਸ ਕਰਕੇ ਪੈਂਦੀ ਹੈ ਕਿ ਦੂਜੀਆਂ ਸਰਕਾਰਾਂ ਔਰ ਆਮ ਆਦਮੀ ਪਾਰਟੀ ਦੀ ਸਰਕਾਰ 'ਚ ਫਰਕ ਕੀ ਹੈ ਕਿ ਜੇਕਰ ਕਾਂਗਰਸ ਦੀ ਜਾਂ ਅਕਾਲੀ ਭਾਜਪਾ ਦੀ ਸਰਕਾਰ ਹੁੰਦੀ ਅੱਜ ਤਾਂ ਇਹ ਚੁੱਪ ਚਪੀਤੇ ਹੀ ਡੇਟ ਇਹਦੀ ਐਕਸਟੈਂਡ ਕਰ ਦਿੱਤੀ ਜਾਣੀ ਸੀ। ਜਿਹੜਾ ਇਹ ਟੋਲ ਪਲਾਜ਼ਾ ਸੀ ਇਹ ਪੀਡੀ ਅਗਰਵਾਲ ਐਂਡ ਕੰਪਨੀ ਦੇ ਕੋਲ ਸੀ ਔਰ ਇੱਕ ਵਾਰ ਇਹਦੀ ਬੋਲੀ ਹੋਈ ਆ ਔਰ ਇੱਕ ਵਾਰ ਦੇ ਵਿੱਚ ਉਹਦੀਆਂ ਬਾਕੀ ਦੀਆਂ 3 ਵਾਰੀ ਉਹਨੂੰ ਐਕਸਟੈਂਡ ਦੇ ਦਿੱਤੀ ਗਈ। ਇਸ ਤਰ੍ਹਾਂ ਹੀ ਐਕਸਟੈਂਸ਼ਨ ਕਰ ਦਿੱਤੀ ਜਾਂਦੀ ਸੀ ਕਿਉਂਕਿ ਜਿਹੜੇ ਕਾਰਪੋਰੇਟ ਘਰਾਣੇ ਨੇ ਇਹ ਪਿਛਲੀਆਂ ਸਰਕਾਰਾਂ ਦੀ ਹੋਈ ਬੀ ਟੀਮ ਨੇ ਇਹਨਾਂ ਦੀ ਆਪਣੇ ਬੰਦੇ ਰੱਖ ਕੇ ਕੀਤੇ ਹੋਏ ਨੇ। ਇਹੀ ਸਾਰਾ ਕੁਝ ਚੱਲਦਾ ਰਿਹਾ ਹੈ। ਇਹੀ ਮਾਨ ਸਾਹਿਬ ਕਹਿੰਦੇ ਨੇ। ਮਾਨ ਸਾਹਿਬ ਤਾਂ ਪਹਿਲਾਂ ਤੋਂ ਹੀ ਵਿਦਆਊਟ ਸਰਕਾਰ ਵੀ ਮਾਨ ਸਾਹਿਬ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਰਹੇ ਨੇ ਕਿ ਮੈਨੂੰ ਇੱਕ ਮਿੰਟ ਦਿਓ। रमन जी एक सवाल, रमन जी आई एम सॉरी, एक सवाल आप ले लिए। मेहमान जी कुछ कहना चाहते हैं जी। मेहमान जी ਜਗਤਾਰ ਜੀ, ਮੈਂ ਆਪ ਦੇ ਬੁਲਾਰੇ ਨੂੰ ਇਹ ਪੁੱਛਣਾ ਚਾਹਣਾ ਕਿ ਜਦੋਂ ਅਸੀਂ ਗੱਡੀ ਲੈਨੇ ਆ, ਪੰਧੇਰ ਸਾਹਿਬ ਨੇ ਵੀ ਰੱਖੀ ਗੱਲ ਕਿ ਅਸੀਂ ਟੈਕਸ ਦਿੰਨੇ ਆ, ਰੋਡ ਟੈਕਸ ਵੀ ਦੇ ਦਿੰਨੇ ਆ, ਉਸ ਤੋਂ ਬਾਅਦ ਇਹ ਨਜਾਇਜ਼ ਤੌਰ ਤੇ ਲਾਏ ਗਏ ਨੇ ਟੋਲ ਟੈਕਸ ਜਿਹੜੇ ਲਾਏ ਗਏ ਨੇ ਉਹ ਭਾਵੇਂ ਕੇਂਦਰ ਸਰਕਾਰ ਨੇ ਲਾਏ ਨੇ। ਪਹਿਲੀ ਤੇ ਗੱਲ ਇਹ ਦੱਸਣ ਵੀ ਜੇ ਪਹਿਲਾ ਟੈਕਸ ਲੈ ਲਿਆ ਕੀ ਦੁਬਾਰਾ ਟੈਕਸ ਲੈਣਾ ਚਾਹੀਦਾ, ਜੇ ਇਹ ਨਹੀਂ ਲੈਣਾ ਚਾਹੀਦਾ ਤਾਂ ਦੂਜੀ ਗੱਲ ਇਹ ਵੀ ਇਹ ਫਿਰ ਤੁਸੀਂ ਪੰਜਾਬ ਦੇ ਵਿੱਚ ਜਿਹਦੀ ਮਿਆਦ ਖਤਮ ਹੁੰਦੀ ਉਹੀ ਖਤਮ ਕਰੋਗੇ ਜਾਂ ਜਦੋਂ ਇਹ ਤਾਂ ਬਣਦੇ ਹੀ ਨਹੀਂ ਫਿਰ ਰੋਡਾਂ ਤੇ ਟੋਲ ਸਾਰੇ ਖਤਮ ਕਰੋ। ਫਿਰ ਜੇ ਤੁਹਾਡੀ ਨੀਤੀ ਪਾਲਿਸੀ ਉਹਦੇ ਨਾਲੋਂ ਅੱਡ ਹੈ ਤਾਂ ਕੇਂਦਰ ਸਰਕਾਰ ਨਾਲੋਂ, ਤਾਂ ਫਿਰ ਪੰਜਾਬ ਦੇ ਵਿੱਚ ਤੁਹਾਡੀ ਸਰਕਾਰ ਹੈ, ਤੁਸੀਂ ਪੰਜਾਬ ਦੇ ਸਾਰੇ ਟੋਲ ਬੰਦ ਕਰੋ। ਆਪਾਂ ਜਵਾਬ ਲੈਣੇ। ਰਮਨ ਜੀ ਬਹੁਤ ਅਹਿਮ ਸਵਾਲ ਹੈ। ਉਹ ਕਹਿੰਦੇ ਵੀ ਜੇ ਨਜਾਇਜ਼ ਹੈ ਟੋਲ ਪਲਾਜ਼ੇ ਕਾਰਪੋਰੇਟ ਘਰਾਣਿਆਂ ਨੇ ਲਾਏ ਆ, ਉਹਨਾਂ ਦੀ ਬੀ ਟੀਮ ਹੈ ਕੇਂਦਰ ਦੀ, ਤਾਂ ਫਿਰ ਇਹ ਬੀ ਟੀਮ ਨੂੰ ਚੱਲਦਾ ਕੀਤਾ ਜਾਏ। ਮਹਿਮਾ ਜੀ ਕਹਿ ਰਹੇ ਆ ਦੇਖੋ ਕਈ ਗੱਲਾਂ ਹੁੰਦੀਆਂ ਨੇ। ਦੇਖੋ ਜਦੋਂ ਪਿਛਲੀਆਂ ਸਰਕਾਰਾਂ ਨੇ ਇਹਨਾਂ ਨੂੰ ਠੇਕਾ ਦੇਣ ਵਾਸਤੇ ਹਰਾ ਪੈਨ ਚਲਾਇਆ ਤਾਂ ਕਈ ਵਾਰ ਸਰਕਾਰਾਂ ਦੀ ਮਜਬੂਰੀ ਹੁੰਦੀ ਹੈ। ਜਿਹੜਾ ਆਮ ਵਿਅਕਤੀ ਬੜੀ ਛੇਤੀ ਇਸ ਗੱਲ ਨੂੰ ਸਮਝ ਨਹੀਂ ਸਕਦਾ। ਇਹਨਾਂ ਨੇ ਹੱਥ ਵੱਢ ਕੇ ਇਹਨਾਂ ਸਰਮਾਏਦਾਰਾਂ ਨੂੰ ਇਸ ਤਰੀਕੇ ਨਾਲ ਦਿੱਤੇ ਨੇ ਕਿ ਕੱਲ ਨੂੰ ਮੰਨ ਲਓ ਅੱਜ ਮਾਨ ਸਾਹਿਬ ਕਿਸੇ ਦੇ 5 ਸਾਲ ਰਹਿੰਦੇ ਨੇ ਕਿਸੇ ਟੋਲ ਟੈਕਸ ਦੇ ਆਪਣੇ ਬੈਰੀਅਰ ਦੇ, ਕਿਸੇ ਦੇ 5 ਸਾਲ ਜੇ ਬੈਲੈਂਸ ਰਹਿੰਦੇ ਨੇ, ਜੇ ਅੱਜ ਸਰਕਾਰ ਉਹਨੂੰ ਰੱਦ ਕਰਦੀ ਹੈ ਤਾਂ ਉਹਨਾਂ ਦੇ ਕਾਲਮਸ ਦੇ ਵਿੱਚ ਇਸ ਤਰ੍ਹਾਂ ਆਪਣੇ ਹੱਥ ਵੱਢ ਕੇ ਦਿੱਤੇ ਹੋਏ ਨੇ ਇਹਨਾਂ ਦੇ ਅੱਗੇ ਕਿ ਉਹਨਾਂ ਨੂੰ ਹਾਈ ਕੋਰਟ ਜਾਂ ਸੁਪਰੀਮ ਕੋਰਟ ਦਾ ਰੁਖ ਕਰਨ ਲਈ ਉਹਨਾਂ ਨੂੰ ਇਸ ਗੱਲ ਦੀ ਉੱਥੇ ਜਾ ਕੇ ਪਲੀ ਮਿਲ ਜਾਂਦੀ ਹੈ। ਤਾਂ ਕਿਤੇ ਨਾ ਕਿਤੇ ਸਰਕਾਰ ਬੈਕਫੁੱਟ ਤੇ ਚਲੀ ਜਾਂਦੀ ਹੈ। ਇਸ ਕਰਕੇ ਸਰਕਾਰ ਨੇ ਬੜੇ ਤਰੀਕੇ ਨਾਲ ਉਹਨਾਂ ਨੂੰ ਹੱਥ ਪਾਉਣਾ ਹੈ ਕਿਉਂਕਿ ਉਹਨਾਂ ਕਾਲਮਾਂ ਦੇ ਵਿੱਚ ਰਮਨ ਜੀ ਮੈਂ ਤੁਹਾਨੂੰ ਟੋਕਣ ਲੱਗਿਆ। ਰਮਨ ਜੀ ਮੈਂ ਰਮਨ ਜੀ ਉਹ ਇਹ ਕਹਿ ਰਿਹਾ, ਉਹਨਾਂ ਦਾ ਕਹਿਣ ਦਾ ਮੇਰਾ ਖਿਆਲ ਭਾਵ ਇਹ ਹੈ ਕਿ ਇਸ ਤਰੀਕੇ ਨਾਲ ਤਾਂ ਲੰਮੀਆਂ ਤਰੀਕਾਂ ਹੈਗੀਆਂ, ਕਈ ਸਾਲਾਂ ਤੱਕ ਲੱਗੇ ਰਹਿਣਗੇ ਕਿਉਂਕਿ ਪਤਾ ਨਹੀਂ ਸਮਝੌਤੇ ਕਦੋਂ ਤੱਕ ਦੇ ਹੋਏ ਵੀ ਹੈ। ਫਿਰ ਇੰਤਜ਼ਾਰ ਕਰਨਾ ਪਏਗਾ। ਹੋ ਸਕਦਾ ਆਪਣੀ ਸਰਕਾਰ ਦੇ ਹੁੰਦਿਆਂ ਉਹ ਸਾਰੇ ਸਮੇਂ ਫਿਰ ਵੀ ਅਗਲੀ ਸਰਕਾਰ ਤੱਕ ਚਲੇ ਜਾਣ, ਕੌਣ ਆਉਂਦਾ ਕੌਣ ਨਹੀਂ ਆਉਂਦਾ। ਇਸ ਕਰਕੇ ਸਵਾਲ ਵੱਡਾ ਉੱਠ ਰਿਹਾ ਹੈ ਕਿ ਜੇ ਗਲਤ ਹੈ ਤਾਂ ਫਿਰ ਗਲਤ ਹੈ। ਸਿੱਧੂ ਸਾਹਿਬ ਇੱਕ ਪੁਆਇੰਟ ਹੋਰ, ਇਹ ਸਵਾਲ ਗੱਲ ਤੋਂ ਪਾਸੇ ਜਾ ਰਹੇ ਨੇ। ਮੈਂ ਸਵਾਲ ਜਿਹੜਾ ਰੱਖਿਆ ਵੀ ਇਹ ਟੋਲ ਪਲਾਜ਼ੇ ਹੀ ਨਜਾਇਜ਼ ਹਨ ਕਿਉਂਕਿ ਸਾਡੇ ਤੋਂ ਗੱਡੀ ਜਦੋਂ ਖਰੀਦਦੇ ਅਸੀਂ ਸਾਰੇ ਵਹੀਕਲਾਂ ਤੋਂ ਪਹਿਲਾਂ ਟੈਕਸ ਲੈ ਲਿਆ ਜਾਂਦਾ ਹੈ। ਹੋਰ ਵੀ ਅਸੀਂ ਜਿੰਨੀਆਂ ਚੀਜ਼ਾਂ ਤੇ ਦਿੰਨੇ ਆ ਟੈਕਸ, ਪਤਾ ਨਹੀਂ 50 ਵਾਰੀ ਕਿ 100 ਵਾਰੀ ਹਰ ਚੀਜ਼ ਤੇ ਟੈਕਸ ਦਿੰਨੇ ਆ, ਤਾਂ ਇਹ ਰੋਡ ਟੈਕਸ ਲਾ ਕੇ ਸਾਡੀ ਅੰਨੀ ਰੁੱਟ ਇਹ ਉਹਨਾਂ ਘਰਾਣਿਆਂ ਨੂੰ ਖੁਸ਼ ਕਰਨ ਲਈ ਦਿੱਤੀ ਜੀ ਆਪਾਂ ਜਵਾਬ ਲੈ ਲਈਏ। ਅਸੀਂ ਇਹ ਕਹਿ ਰਹੇ ਹਾਂ ਜਵਾਬ ਲੈ ਅਸੀਂ ਇਹ ਕਰਾਂਗੇ ਟੋਲ ਪਲਾਜ਼ੇ ਹੈ ਹੀ ਨਜਾਇਜ਼ ਨੇ ਕਿਉਂਕਿ ਸਾਡੇ ਰੋਡ ਟੈਕਸ ਲੈ ਲਿਆ। ਜੀ ਮੈਂ ਤੁਹਾਡੀ ਗੱਲ ਆ ਗਈ ਤੇ ਨਜਾਇਜ਼ ਆਪਾਂ ਜਵਾਬ ਲੈ ਲਈਏ। ਰਮਨ ਜੀ ਜਦੋਂ ਤੁਸੀਂ ਜਵਾਬ ਦਿਓਗੇ ਤਾਂ ਪੰਦੇਰ ਸਾਹਿਬ ਦਾ ਪੁਆਇੰਟ ਵੀ ਸੁਣ ਲਓ ਮੇਰਾ। ਸਿੱਧੂ ਸਾਹਿਬ ਮੇਰਾ ਜ਼ਰੂਰੀ ਪੁਆਇੰਟ ਲੈ ਲਓ। ਅਸੀਂ ਮੁੱਖ ਮੰਤਰੀ ਦੀ ਮੀਟਿੰਗ 'ਚ ਗਏ, ਉੱਥੇ ਭਗਵੰਤ ਮਾਨ ਨੇ ਰੱਖਿਆ ਕਿ ਇਹ ਟੋਲ ਪਲਾਜ਼ੇ ਨਜਾਇਜ਼ ਨੇ। ਉਹ ਸ਼ਾਇਦ 17 ਮਈ ਨੂੰ ਜਦੋਂ ਸਾਡਾ 2 ਦਿਨ ਦਾ ਚੰਡੀਗੜ੍ਹ ਪ੍ਰੋਗਰਾਮ ਸੀ, ਹੈ ਸੀ ਮੋਰਚਾ ਲਾਉਣਾ ਸੀ 17-18 ਮਈ ਦਾ ਲਾਇਆ ਸੀ, ਉਹਦੇ ਜਿਹਨਾਂ ਰੱਖਿਆ ਕਿ ਟੋਲ ਪਲਾਜ਼ੇ ਦਾ ਹੈ ਨਜਾਇਜ਼, ਇਹਨਾਂ ਤੇ ਮੁੱਖ ਮੰਤਰੀ ਨੇ ਰੱਖਿਆ। ਔਰ ਅਗਲੀ ਗੱਲ ਰੱਖੀ ਵੀ ਉੱਥੇ ਸੜਕਾਂ ਬਣੀਆਂ ਨੇ, ਪਬਲਿਕਲੀ ਸੜਕਾਂ ਬਣੀਆਂ ਹੋਈਆਂ ਨੇ ਔਰ ਇੱਕ ਸੜਕ ਬਣੀ ਹੋਈ ਹੈ ਉਹਦੇ ਤੇ ਟੋਲ ਲੱਗਾ ਹੋਇਆ ਹੈ ਉਹ 6 ਕਿ ਜੇ ਤੁਸੀਂ ਛੇਤੀ ਜੇ ਜਲਦੀ ਜੇ ਤੁਸੀਂ ਖਾਲੀ ਰੋਡ ਤੇ ਜਾਣਾ ਤੇ ਉੱਥੋਂ ਦੀ ਟੈਕਸ ਦਿਓ ਤੇ ਲੰਘ ਜਾਓ। ਪਰ ਇਹ ਸਾਡੇ ਇੱਥੇ ਪੰਜਾਬ 'ਚ ਵੀ ਤੇ ਭਾਰਤ 'ਚ ਵੀ ਇਹਨਾਂ ਸਾਰੀਆਂ ਤੇ ਟੋਲ ਲਾਤੇ ਨੇ, ਬਿਲਕੁਲ ਨਜਾਇਜ਼ ਨੇ ਜੀ, ਟੋਲ ਬੰਦ ਹੋਣੇ ਚਾਹੀਦੇ ਨੇ। ਜੀ ਤੁਹਾਡੀ ਗੱਲ ਆ ਗਈ, ਆਪਾਂ ਜਵਾਬ ਲੈ ਲਈਏ। ਰਮਨ ਜੀ ਜਵਾਬ ਤੁਸੀਂ ਦਿਓਗੇ ਤਾਂ ਇੱਕ ਗੱਲ ਪੰਦੇਰ ਸਾਹਿਬ ਨੇ ਵੀ ਕਹੀ ਸੀ,
ਉਹਨਾਂ ਨੇ ਕਿਹਾ ਜੇ ਟੋਲ ਪਲਾਜ਼ੇ ਇਦਾਂ ਦੀ ਕੋਈ ਨੌਬਤ ਆਉਂਦੀ ਹੈ ਤਾਂ ਜਨਤਕ ਖੇਤਰ ਦੇ ਵਿੱਚ ਮੂਲੀ ਟੋਲ ਟੈਕਸ ਲਾ ਕੇ ਉਹ ਵੀ ਸੜਕਾਂ ਦੀ ਦੇਖ ਰੇਖ ਦੇ ਲਈ ਲਾਇਆ ਜਾ ਸਕਦਾ, ਪਰ ਇਹਨਾਂ ਨੂੰ ਚੱਲਦਾ ਕਰਿਆ ਜਾਵੇ ਜਿਹੜੇ ਕਾਰਪੋਰੇਟ ਘਰਾਣਿਆਂ ਦੀ। ਆਪਾਂ ਵੀ ਗੱਲ ਕਰ ਰਹੇ ਹਾਂ ਜੀ ਰਮਨ ਜੀ, ਹੁਣ ਦਿਓ ਜਵਾਬ ਇਸ ਮੁੱਦੇ ਤੇ ਪਲੀਜ਼। ਉਹਦੇ ਲਈ ਇਹ ਆ ਜੀ ਵੀ ਸਵੇਰ ਜਿਹੜਾ ਸਾਡੇ ਤੋਂ ਪਹਿਲਾਂ ਗੱਡੀ ਖਰੀਦਣ ਵੇਲੇ ਟੈਕਸ ਲਿਆ ਜਾਂਦਾ ਹੈ ਉਹ ਸਾਨੂੰ ਛੱਡਿਆ ਜਾਵੇ, ਜਾਂ ਸਾਨੂੰ ਰੋਡ ਦੀ ਆਪਾਂ ਜਵਾਬ ਲੈ ਲਈਏ, ਪਨੇਰ ਸਾਹਿਬ, ਫਿਰ ਮੈਂ ਤੁਹਾਡੇ ਵੱਲ ਵੀ ਆਉਣਾ। ਆਪਾਂ ਜਵਾਬ ਲੈ ਲਈਏ ਜੀ। ਸਾਨੂੰ ਪਬਲਿਕ ਸੈਕਟਰ ਦੇਣ ਸਾਡੇ ਤੋਂ ਹਰ ਚੀਜ਼ ਤੇ ਟੈਕਸ ਵਸੂਲਦੀ ਹੈ, ਫਿਰ ਆਪਾਂ ਜਵਾਬ ਲੈ ਲਈਏ। ਮਾਨ ਸਾਹਿਬ ਤਾਂ ਖੁਦ ਇਹ ਗੱਲ ਦੇਖੋ, ਜੋ ਕੁਝ ਮੇਰੇ ਕਿਸਾਨ ਵੀਰ ਕਹਿ ਰਹੇ ਨੇ, ਮਾਨ ਸਾਹਿਬ ਤਾਂ ਖੁਦ ਇਹ ਗੱਲ ਐਡਮਿਟ ਕਰਦੇ ਨੇ ਕਿ ਜਦੋਂ ਅਸੀਂ ਕੋਈ ਨਵਾਂ ਵਹੀਕਲ ਲੈਨੇ ਆ, ਚਾਹੇ ਉਹ ਛੋਟਾ ਚਾਹੇ ਉਹ ਵੱਡਾ, ਅਸੀਂ ਕੇਂਦਰ ਨੂੰ ਟੈਕਸ ਦੇ ਰੂਪ ਦੇ ਵਿੱਚ ਨਾਲ ਦੀ ਨਾਲ ਉਹ ਪੈਸੇ ਆਪਣੇ ਪੇ ਕਰਦੇ ਆ, ਤਾਂ ਦੁਬਾਰਾ ਫਿਰ ਟੈਕਸ ਕਿਉਂ? ਨੰਬਰ 2 ਤੇ ਜੇਕਰ ਇੱਕ ਕੰਪਨੀ ਇੱਕ ਸਾਲ ਦੇ ਵਿੱਚ 100 ਕਰੋੜ ਰੁਪਇਆ ਕਮਾਉਂਦੀ ਹੈ ਤਾਂ ਸਰਕਾਰ ਨੂੰ ਸਾਰੇ ਹੀ 7 ਤੋਂ 8 ਕਰੋੜ ਰੁਪਇਆ ਉਹ ਦਿੰਦੀ ਹੈ, ਬਾਕੀ ਇਹਨਾਂ ਦੀਆਂ ਜੇਬਾਂ 'ਚ ਜਾਂਦੇ ਨੇ। ਮਾਨ ਸਰਕਾਰ ਨੇ ਤਿਆਰੀ ਖਿੱਚ ਲਈ ਹੈ, ਕੋਈ ਇਹੋ ਜਿਹੀ ਗੱਲ ਨਹੀਂ। ਮਾਨ ਸਾਹਿਬ ਨੇ ਸਾਰਾ ਕੁਝ ਫਾਈਲਾਂ ਨੇ ਜਿਹੜੀਆਂ ਆਪਣੇ ਕੋਲ ਮੰਗਾ ਲਈਆਂ ਨੇ, ਕਿਉਂਕਿ ਮਾਨ ਸਾਹਿਬ ਇਹ ਚਾਹੁੰਦੇ ਨੇ ਕਿ ਜਦੋਂ ਮਾਨ ਸਰਕਾਰ ਕਿਸੇ ਵੀ ਠੇਕੇਦਾਰ ਦੇ ਉੱਤੇ ਐਕਸ਼ਨ ਲਵੇ ਤਾਂ ਉਹ ਐਕਸ਼ਨ ਇਸ ਤਰ੍ਹਾਂ ਦਾ ਹੋਵੇ ਕਿ ਉਹ ਬਿਲਕੁਲ ਹੀ ਬੰਦ ਹੋਵੇ। ਚਲੋ ਤੁਹਾਡੀ ਗੱਲ ਆ ਗਈ, ਆਪਾਂ ਜਵਾਬ ਕਿਸੇ ਨੂੰ ਕੋਈ ਮੌਕਾ ਦਿੱਤਾ ਜਾਵੇ। ਮਾਨ ਸਾਹਿਬ ਤਾਂ ਖੁਦ ਕਿਸਾਨਾਂ ਦੇ ਹੱਕ 'ਚ ਨੇ ਜੀ। ਰਮਨ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਮੈਂ ਪੰਦੇਰ ਸਾਹਿਬ ਵੀ ਇਸ ਮੁੱਦੇ ਤੇ ਸੰਘਰਸ਼ ਕਰ ਰਿਹਾ। ਪੰਦੇਰ ਸਾਹਿਬ ਕੀ ਕਹਿਣਾ ਚਾਹੁੰਦੇ ਹੋ? ਕਿਉਂਕਿ ਰਮਨ ਜੀ ਦਾ ਕਹਿਣਾ ਹੈ ਕਿ ਵੀ ਇਸ ਤਰੀਕੇ ਨਾਲ ਅਸੀਂ ਕਰਾਂਗੇ ਤਾਂ ਕਿ ਕੱਲ ਨੂੰ ਕਾਨੂੰਨੀ ਤੌਰ ਤੇ ਕੋਈ ਅੜਚਣਾਂ ਨਾ ਖੜੀਆਂ ਹੋਣ। ਤੁਸੀਂ ਕਿਵੇਂ ਦੇਖਦੇ ਹੋ? ਦੇਖੋ, ਇਹ ਜਿਹੜਾ ਸਾਡਾ ਨਿਜ਼ਾਮ ਚੱਲ ਰਿਹਾ ਉਹਦੇ ਹਿਸਾਬ ਨਾਲ ਕਹਿ ਸਕਦੇ ਆ ਵੀ ਜੋ ਸਮਝੌਤੇ ਨੇ ਸਰਕਾਰਾਂ ਦੇ ਨੀਤੀਆਂ ਦੇ ਆਧਾਰਿਤ ਕਾਰਪੋਰੇਟ ਨਾਲ ਉਹ ਅਦਾਲਤ 'ਚ ਵੀ ਜਾ ਸਕਦੇ ਆ। ਜੇ ਵਾਕਿਓ ਇਹ ਸੱਚੇ ਇਹਨਾਂ ਕੋਲ ਵਿਧਾਨ ਸਭਾ ਹੈਗੀ ਆ, ਵਿਧਾਨ ਸਭਾ 'ਚ ਇਹ ਅਮੈਂਡਮੈਂਟ ਬਿੱਲ ਲਿਆ ਸਕਦੇ ਆ ਵੀ ਅਸੀਂ ਜਾਂ ਤਾਂ ਟੈਕਸ ਗੱਡੀਆਂ ਦਾ ਖਤਮ ਕਰਕੇ ਇਹਨਾਂ ਨੂੰ ਸਾਰਿਆਂ ਨੂੰ ਜਨਤਕ ਖੇਤਰ ਵਿੱਚ ਲੈ ਆਵਾਂਗੇ ਜਦੋਂ ਉਹਨਾਂ ਦੀ ਮਿਆਦ ਮੁੱਕੂਗੀ, ਤੇ ਸਾਡਾ ਮਕਸਦ ਕਮਾਈ ਕਰਨਾ ਨਹੀਂ ਹੋਊਗਾ, ਵਿਕਾਸ ਹੋਊਗਾ। ਵੀ ਇੱਕ ਤਾਂ ਰੁਜ਼ਗਾਰ ਦਿੱਤਾ ਜਾਵੇ, ਇੱਕ ਸਰਕਾਰ ਨੂੰ ਕੋਈ 2 ਰੁਪਏ ਅੱਜ ਨੋ ਲੋਸ ਨੋ ਪ੍ਰੋਫਿਟ ਤੇ ਅਦਾਰੇ ਚਲਾਏ ਜਾ ਸਕਦੇ ਨੇ। ਜਨਤਾ ਤੇ ਚਲੋ ਜੇ ਕੱਲੀ ਮੂਵਮੈਂਟ ਹੁਣ ਖੜੀ ਆ ਤੇ ਮੀਡੀਆ ਵਿੱਚ ਸਪੇਸ ਵਾਸਤੇ ਹੀ ਗੱਲਾਂ ਕਰਨੀਆਂ, ਫਿਰ ਤਾਂ ਮੈਨੂੰ ਲੱਗਦਾ ਅਮਲ 'ਚ ਕੁਝ ਵੀ ਨਹੀਂ ਹੋਣਾ ਹੈਗਾ। ਅਮਲ 'ਚ ਗੱਲ ਨੇੜੇ ਨਹੀਂ ਲੱਗਣੀ ਹੈਗੀ ਕੋਈ ਵੀ ਆ। ਦੂਸਰਾ, ਜੇ ਇਹਨਾਂ ਦੀ ਇਹ ਨੀਤੀ ਆ, ਜਿਵੇਂ ਇਹ ਬਿਜਲੀ ਤੇ ਪਾਣੀ ਤੇ ਆਪ ਦੀ ਨੀਤੀ ਨੂੰ ਕਲੀਅਰ ਕਰਦੇ ਨੇ ਪੂਰੇ ਦੇਸ਼ ਭਰ ਦੇ ਵਿੱਚ ਕੇਜਰੀਵਾਲ ਸਾਹਿਬ ਜੀ, ਇਸ ਤਰੀਕੇ ਨਾਲ ਟੋਲ ਬੈਰੀਅਰ ਤਾਂ ਇਹਨਾਂ ਦੀ ਨੀਤੀ ਕੋ ਕਲੀਅਰ ਹੈ ਹੀ ਨਹੀਂ ਹੈਗੀ ਦੇਸ਼ ਪੱਧਰ ਤੇ। ਵੀ ਜਿਹੜੀ ਮੌਜੂਦਾ ਵਿਕਾਸ ਮਾਡਲ ਦਾ ਇੱਕ ਚਿਹਰਾ ਵਾ, ਅਸੀਂ ਨਵੀਂ ਚੀਜ਼ ਦੇ ਰਹੇ ਹਾਂ ਵੀ ਟੋਲ ਪਲਾਜ਼ਾ ਦੇ, ਠੀਕ ਹੈ। ਪੰਜਾਬ ਇੱਕ ਮਾਡਲ ਬਣੂਗਾ, ਮੁੜ ਕੇ ਦੂਜੇ ਸੂਬਿਆਂ 'ਚ ਲੈ ਕੇ ਜਾਵਾਂਗੇ। ਹੁਣ ਇਹਨਾਂ ਦੇ ਸਵਾਲ ਖੜਾ ਹੁੰਦਾ ਵੀ ਇਹ ਕੀ ਕਰਨਗੇ। ਸੈਕੰਡਲੀ ਹੈਗਾ ਵੀ ਵਰਲਡ ਬੈਂਕ ਨੇ ਪ੍ਰੋਜੈਕਟ ਲਿਆਂਦੇ ਪਾਣੀ ਦੇ, ਪੰਜਾਬ 'ਚ ਪੈਸਾ ਲਾਇਆ। ਹੁਣ ਪੰਜਾਬ ਦਾ ਪਾਣੀ ਕਹਿੰਦੇ 17-18 ਸਾਲਾਂ ਦਾ ਰਹਿ ਗਿਆ, ਇਹ ਵਿਗਿਆਨੀ ਕਹਿੰਦੇ ਆ। ਇਹਦਾ ਨਜ਼ਲਾ ਕਿਸਾਨਾਂ ਤੇ ਸੁੱਟਿਆ ਜਾਂਦਾ ਵੀ ਤੁਸੀਂ ਝੋਨਾ ਲਾਉਂਦੇ ਜੇ, ਫਿਰ ਪਰਾਲੀ ਵਾਲਾ ਸੰਕਟ ਆ। ਹਾਲੇ ਜੇ ਬੇਸ਼ੱਕ ਅਨਾਜ ਦੀ ਅੱਜ ਥੋੜ ਹੈਗੀ ਆ ਕੌਮਾਂਤਰੀ ਮੰਡੀ 'ਚ, ਅਸੀਂ ਤਾਂ ਇਹ ਵੀ ਕਹਿਤਾ ਵੀ ਸਾਨੂੰ ਬਦਲਵੀਆਂ ਫਸਲਾਂ ਦਾ ਰੇਟ ਦੇ ਦਿਓ। MSP ਗਰੰਟੀ ਕਾਨੂੰਨ ਅਸੀਂ ਕਿਹਾ ਕੇਰਲਾ ਨੇ ਭਾਈ ਬਣਾਇਆ ਹੈ। ਭਾਈ ਤੁਸੀਂ ਦਾਲ ਬੀਜ ਤੇ ਤੇਲ ਬੀਜਾਂ ਦੇ ਮੰਡੀ ਦੇ ਦਿਓ, ਅਸੀਂ ਝੋਨੇ ਵਾਲੇ ਚੋਂ ਬਾਹਰ ਆ ਜਾਈਏ। ਦੂਸਰਾ ਅਸੀਂ ਰੱਖਿਆ ਵੀ ਬਰਸਾਤ ਦਾ ਪਾਣੀ ਇਸ ਵੇਲੇ 500 mm ਬਰਸਾਤ ਹੁੰਦੀ ਆ, ਉਹਨੂੰ ਜ਼ਮੀਨ ਹੇਠ ਖੜਨ ਦਾ ਕੋਈ ਪ੍ਰੋਜੈਕਟ ਹੀ ਨਹੀਂ ਹੈਗਾ ਸਰਕਾਰ ਕੋਲੇ। ਤੀਜਾ, ਤੁਸੀਂ ਦਰਿਆਵਾਂ ਦਾ, ਨਹਿਰਾਂ ਦਾ ਕੁਦਰਤੀ ਪਾਣੀ ਜਿਹੜਾ ਖੇਤੀ ਵਾਸਤੇ ਆ ਉਹ ਲੋਕਾਂ ਨੂੰ ਪੀਣ ਵਾਸਤੇ ਦੇ ਰਹੇ ਜੇ, ਕੱਲ ਨੂੰ ਦੇਣਾ ਵਾ ਉਹ ਤੁਸੀਂ ਪਿਛਲੀ ਸਰਕਾਰ ਵਾਲਾ ਪੈਂਤੜਾ ਪੂਰਾ ਲਾਗੂ ਕਰ ਰਹੇ ਜੇ। ਫਿਰ ਅਸੀਂ ਕਿਵੇਂ ਕਹੀਏ ਵੀ ਇਹ ਫਰਕ ਹੈਗਾ। ਸੈਕੰਡਲੀ, ਦਰਿਆਵਾਂ ਵਿੱਚ ਜ਼ਹਿਰ ਘੋਲਿਆ ਜਾ ਰਿਹਾ, ਅੰਮ੍ਰਿਤ ਪਾਣੀ ਆ ਸਾਡਾ, ਜ਼ਮੀਨ ਹੇਠ ਜ਼ਹਿਰ ਘੋਲਿਆ ਜਾ ਰਿਹਾ। ਇਹ ਪੋਲੂਸ਼ਨ ਐਕਟ ਕਹਿੰਦਾ ਵੀ ਕੋਈ ਨਾਲਿਆਂ ਵਿੱਚ, ਨਹਿਰਾਂ ਵਿੱਚ ਜ਼ਮੀਨ ਹੇਠ ਗੰਦਾ ਪਾਣੀ ਨਹੀਂ ਕਹਿੰਦਾ ਪਾ ਸਕਦਾ, ਫਿਰ ਵੀ ਪੈ ਰਿਹਾ ਵਾ। ਤਾਂ ਇਹ ਰੌਲਾ ਕੀ ਹੈਗਾ ਵਾ? ਜੀ ਆਪਾਂ ਜਵਾਬ ਲੈਂਦੇ ਹਾਂ। ਪੰਦੇਰ ਸਾਹਿਬ, ਸਾਡੇ ਨਾਲ ਭਾਜਪਾ ਦੇ ਬੁਲਾਰੇ ਵੀ ਜੁੜੇ ਹੋਏ ਆ, ਉਹ ਵੀ ਕਾਫੀ ਦੇਰ ਤੋਂ ਤਹਲਮ ਦੇ ਨਾਲ, ਸਬਰ ਦੇ ਨਾਲ ਇੰਤਜ਼ਾਰ ਕਰ ਰਹੇ ਆ।
ਜਿਸ ਮਾਮਲੇ ਤੇ ਆਪਾਂ ਗੱਲ ਕਰ ਰਹੇ ਹਾਂ, ਚੰਨੀ ਜੀ ਤੁਹਾਡੀ ਕੀ ਰਾਏ ਹੈ? ਕਿਉਂਕਿ ਭਾਜਪਾ ਦਾ ਵੀ ਇੱਕ ਨਜ਼ਰੀਆ ਹੈ, ਕਿਸਾਨਾਂ ਦਾ ਕਹਿਣਾ, ਚਾਹੇ ਕੇਂਦਰ ਦੀ ਗੱਲ ਕਰ ਲਈਏ ਚਾਹੇ ਪੰਜਾਬ ਦੀ ਸਰਕਾਰ ਦੀ ਗੱਲ ਕਰ ਲਈਏ, ਦੋਨਾਂ ਮੁੱਦਿਆਂ ਤੇ ਹੀ ਦੋਨੇ ਹੀ ਸਰਕਾਰਾਂ ਕਿਧਰੇ ਨਾ ਕਿਧਰੇ ਜ਼ਿੰਮੇਵਾਰ ਠਹਿਰਾਉਂਦੇ ਆ ਕਿਸਾਨ ਆਗੂ ਜੀ। ਬਿਲਕੁਲ ਜੀ, ਮੈਂ ਕਿਸਾਨ ਆਗੂਆਂ ਦੀਆਂ ਗੱਲਾਂ ਜਵਾਬ ਮੈਂ ਬਾਅਦ 'ਚ ਦਿੰਦਾ। ਪਹਿਲਾਂ ਮੈਂ ਰਮਨ ਜੀ ਦੀਆਂ ਦੋ ਗੱਲਾਂ ਕਹੀਆਂ ਨੇ, ਉਹਨਾਂ ਦਾ ਜਵਾਬ ਦੇ ਦੇਵਾਂ ਜੀ। ਰਮਨ ਜੀ ਨੇ ਇੱਕ ਤਾਂ ਗੱਲ ਕਹੀ ਹੈ, ਜਿਹੜਾ ਟੈਕਸ ਹੈ, ਰੋਡ ਟੈਕਸ ਹੈ, ਉਹ ਕੇਂਦਰ ਸਰਕਾਰ ਕੋਲ ਜਾਂਦਾ ਹੈ। ਇਹ ਇਹਨਾਂ ਨੇ ਗਲਤ ਕਿਹਾ ਕਿ ਜਿਹੜਾ ਰੋਡ ਟੈਕਸ ਹੈ ਉਹ ਸਟੇਟ ਸਰਕਾਰਾਂ ਕੋਲ ਜਾਂਦਾ ਹੈ। ਦੂਜੀ ਗੱਲ, ਇਹਨਾਂ ਨੇ ਇਹ ਕਿਹਾ ਕਿ ਅਸੀਂ ਪੁਖਤਾ ਪ੍ਰਬੰਧ ਕਰ ਰਹੇ ਹਾਂ ਕਿ ਕੋਰਟ ਵਿੱਚ ਇਹ ਜਿਹੜੇ ਅਸੀਂ ਟੋਲ ਪਲਾਜ਼ਾ ਬੰਦ ਕਰੀਏ ਤਾਂ ਉੱਥੇ ਕੋਈ ਸਟੇ ਨਾ ਮਿਲੇ ਜਾਂ ਉੱਥੋਂ ਨੁਕਸਾਨ ਨਾ ਹੋਵੇ ਜੀ। ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ 9 ਮਹੀਨੇ 'ਚ ਇਹਨਾਂ ਨੇ ਕੋਈ ਪਾਲਿਸੀ ਨਹੀਂ ਬਣਾਈ ਹਾਲ ਤੱਕ। 9 ਮਹੀਨੇ ਕਿ ਥੋੜਾ ਸਮਾਂ ਨਹੀਂ ਹੁੰਦਾ। ਜੇ ਕਰਨ ਦੀ ਨੀਤ ਹੁੰਦੀ ਤਾਂ 9 ਮਹੀਨੇ 'ਚ ਬਹੁਤ ਕੁਝ ਕਰਕੇ ਇਹਨਾਂ ਨੂੰ ਬੰਦ ਕਰਾ ਸਕਦੇ ਸੀ। ਤੇ ਦੂਜੀ ਗੱਲ, ਜਿਹੜੇ ਕਿਸਾਨ ਭਰਾ ਨੇ, ਕਿਸਾਨ ਆਗੂ ਨੇ, ਇਹਨਾਂ ਦੀਆਂ ਬਹੁਤ ਸਾਰੀਆਂ ਗੱਲਾਂ ਨਾਲ ਮੈਂ ਸਹਿਮਤ ਹਾਂ, ਕਿਉਂਕਿ ਕਿਸਾਨੀ ਜਿਹੜੀ ਹੈ ਸਾਡੇ ਦੇਸ਼ ਦਾ ਧੁਰਾ ਹੈ ਤੇ ਕਿਸਾਨਾਂ ਨੇ ਹੀ ਸਾਰੇ ਦੇਸ਼ ਨੂੰ, ਜਦੋਂ ਕਿ ਖਾਸ ਕਰ ਪੰਜਾਬ ਦੇ ਕਿਸਾਨਾਂ ਨੇ ਦੇਸ਼ ਦੇ ਲੋਕਾਂ ਦਾ ਢਿੱਡ ਭਰਿਆ। ਜਦੋਂ ਹਿੰਦੁਸਤਾਨ ਵਿੱਚ ਅੰਨ ਪੈਦਾ ਨਹੀਂ ਹੁੰਦਾ, ਕਣਕ ਪੈਦਾ ਨਹੀਂ ਹੁੰਦੀ, ਤੇ ਸਾਡੀ ਸਰਕਾਰਾਂ ਅਮਰੀਕਾ, ਆਸਟ੍ਰੇਲੀਆ ਤੋਂ ਮਿੰਟਾਂ ਕਰਕੇ ਵੀ ਅੰਨ ਲਿਆਂਦੇ ਸੀ। ਚੰਨੀ ਜੀ, ਮੈਂ ਤੁਹਾਨੂੰ ਵਿੱਚੋਂ ਟੋਕ ਕੇ ਆਈ ਐਮ ਸੌਰੀ, ਮੈਂ ਵਿੱਚੋਂ ਟੋਕ ਕੇ ਇੱਕ ਸਵਾਲ ਲੈਣਾ ਚਾਹਾਂਗਾ। ਤੁਸੀਂ ਬਿਲਕੁਲ ਕਿਸਾਨਾਂ ਦੀ ਤਾਰੀਫ ਕਰ ਰਹੇ ਹੋ, ਜੋ ਕੁਝ ਕਿਸਾਨ ਕਰ ਰਹੇ ਚੰਗਾ ਕਰ ਰਹੇ ਹੈ, ਪਰ ਸਵਾਲ ਇਹ ਵੀ ਹੈ ਕਿ ਉਹਨਾਂ ਵੱਲੋਂ ਇਹ ਵੀ ਕਿਹਾ ਜਾ ਰਿਹਾ, ਜਦੋਂ ਆਪਾਂ ਕਾਰਪੋਰੇਟ ਘਰਾਣਿਆਂ ਦੀ ਗੱਲ ਕਰਦੇ ਹਾਂ, ਉਹਨਾਂ ਦਾ ਕਹਿਣਾ ਜਿਹੜਾ ਟੋਲ ਪਲਾਜ਼ਾ ਸਿਸਟਮ ਹੈ, ਇਹ ਜਿਹੜੀ ਲਿਆਂਦੀ ਗਈ ਹੈ ਜਿਸ ਤਰ੍ਹਾਂ ਤੇ ਸਾਰਾ ਕੁਝ ਇਹ ਲਿਆਂਦਾ ਹੀ ਕੇਂਦਰ ਸਰਕਾਰ ਵੱਲੋਂ ਹੈ। ਇਸ ਕਰਕੇ ਕਹਿੰਦੇ ਸਿੱਧੇ ਤੌਰ ਤੇ ਕੇਂਦਰ ਸਰਕਾਰ ਵੀ ਜ਼ਿੰਮੇਵਾਰ ਹੈ ਇਹਦੇ ਲਈ ਜੀ। ਬਿਲਕੁਲ, ਮੈਂ ਇਸ ਗੱਲ ਨੂੰ ਮੰਨਦਾ ਕਿ ਸਾਰਾ ਕੇਂਦਰ ਸਰਕਾਰ ਨੇ ਲਿਆਂਦਾ, ਪਰ ਇਹ ਅੱਜ ਨਹੀਂ ਆਇਆ। ਕੇਂਦਰ ਸਰਕਾਰ ਜਿਹੜੀ ਭਾਜਪਾ ਸਰਕਾਰ ਬਣੀ ਨੂੰ 8 ਸਾਲ ਹੋਏ ਨੇ। ਇਹ ਤਕਰੀਬਨ 20-25 ਸਾਲਾਂ ਤੋਂ ਇਹ ਵਰਤਾਰਾ ਸ਼ੁਰੂ ਹੋਇਆ ਕਾਂਗਰਸ ਸਰਕਾਰ ਦੇ ਸਮੇਂ ਤੋਂ, ਉਹ ਉਸੇ ਤਰ੍ਹਾਂ ਚੱਲ ਰਿਹਾ ਹੈ। ਪਰ ਇਹਦੇ ਵਿੱਚ ਕਈ ਮਜਬੂਰੀਆਂ ਹੁੰਦੀਆਂ ਸਰਕਾਰ ਦੀਆਂ। ਜਦੋਂ ਸਰਕਾਰਾਂ ਕੋਲ ਇੰਨਾ ਰੈਵਨਿਊ ਨਹੀਂ ਹੁੰਦਾ ਸੜਕਾਂ ਬਣਾਉਣ ਲਈ, ਇਨਫਰਾਸਟ੍ਰਕਚਰ ਡਿਵੈਲਪ ਕਰਨ ਲਈ, ਤਾਂ ਇੱਕ ਮਾਡਲ ਬਣਾਇਆ ਗਿਆ ਪਬਲਿਕ ਪ੍ਰਾਈਵੇਟ ਸੈਕਟਰ, ਉਹਦੇ ਦੀ ਨੇ ਰੋਡਸ ਬਣੀਆਂ ਤੇ ਟੋਲ ਪਲਾਜ਼ਾ ਲੱਗੇ। ਉਸਦੇ ਇਹਦੇ ਵਿੱਚ ਖਾਮੀਆਂ ਨੇ, ਕਈ ਖਾਮੀਆਂ ਹੋਣਗੀਆਂ। ਉਹਨਾਂ ਨੂੰ ਖਾਮੀਆਂ ਦੂਰ ਕਰਨ ਲਈ ਅਸੀਂ ਰਲ ਕੇ ਕੇਂਦਰ ਨਾਲ ਗੱਲ ਕਰੀਏ ਕਿ ਇਹ ਖਾਮੀਆਂ ਦੂਰ ਕਰਾ ਕੇ ਜਿੱਥੋਂ ਤੱਕ ਇਹਦੇ ਟੋਲ ਪਲਾਜ਼ਾ ਦੇ ਰੇਟ ਨੇ ਉਹ ਵੀ ਵਾਅਦੇ ਕੀਤੇ ਜਾ ਸਕਦੇ ਨੇ, ਉਹ ਘਟਾਏ ਜਾ ਸਕਦੇ ਨੇ। ਨਵੀਂ ਕੋਈ ਪਾਲਿਸੀ ਬਣਾਉਣ ਲਈ ਇਹਨਾਂ ਨਾਲ ਮੀਟਿੰਗ ਕਰਕੇ ਮੈਂ ਕਿਸਾਨ ਆਗੂਆਂ ਨੂੰ ਵਾਅਦਾ ਕਰਦਾ, ਜੇ ਕੋਈ ਉਹ ਐਸੀ ਪਲੈਨਿੰਗ ਬਣਾਉਂਦੇ ਨੇ ਤਾਂ ਅਸੀਂ ਕੇਂਦਰ ਸਰਕਾਰ ਨਾਲ ਇਹਨਾਂ ਦੀ ਮੀਟਿੰਗ ਕਰਾ ਕੇ ਉਹ ਲਾਗੂ ਕਰਾਉਣ ਲਈ ਇਹਨਾਂ ਦੇ ਨਾਲ ਖੜਾਂਗੇ। ਆਪਾਂ ਜਵਾਬ ਲੈਂਦੇ ਹਾਂ, ਤੁਹਾਡਾ ਵਿਊ ਪੁਆਇੰਟ ਅਗਰ ਰਮਨ ਜੀ ਇੱਕ ਸਵਾਲ ਮੈਂ ਬਾਕੀ ਮਹਿਮਾਨਾਂ ਵੱਲ ਜਿਹੜਾ ਹੈਗਾ ਫਿਰ ਆਪਾਂ ਸਵਾਲ ਲੈਂਦੇ ਹਾਂ। ਜੋ ਕਿਹਾ ਜਾ ਰਿਹਾ ਹੈ, ਬੇਸ਼ੱਕ ਇਹ ਗੱਲ ਸਹੀ ਹੈ ਕਿ ਪੁਰਾਣੀਆਂ ਸਰਕਾਰਾਂ ਵੱਲੋਂ ਟੋਲ ਪਲਾਜ਼ਾ ਸਮਝੌਤੇ ਕੀਤੇ ਗਏ, ਪਰ ਪੰਦੇਰ ਸਾਹਿਬ ਦਾ ਕਹਿਣਾ ਹੈ ਕਿ ਜੇ ਇਹੋ ਜਿਹੀ ਗੱਲ ਹੈ ਵਿਧਾਨ ਸਭਾ 'ਚ ਲਿਆ ਕੇ ਜੇ ਆਪਾਂ ਪਾਣੀਆਂ ਦੇ ਐਕਟ ਨੂੰ ਰੱਦ ਕਰ ਸਕਦੇ ਹਾਂ ਤਾਂ ਵਿਧਾਨ ਸਭਾ ਟੋਲ ਪਲਾਜ਼ੇ ਦੀਆਂ ਸ਼ਰਤਾਂ ਵੀ ਖਤਮ ਕੀਤੀਆਂ ਜਾ ਸਕਦੀਆਂ ਜਿਹੜੀਆਂ ਲੋਕਾਂ ਦੇ ਖਿਲਾਫ ਜਾਂਦੀਆਂ, ਜਾਂ ਜਨਤਕ ਖੇਤਰ 'ਚ ਕੁਝ ਲਿਆਂਦਾ ਜਾਵੇ ਬਦਲਵੇਂ ਰੂਪ ਦੇ ਵਿੱਚ। ਔਰ ਦੂਜੇ ਪਾਸੇ ਭਾਜਪਾ ਦੇ ਬੁਲਾਰੇ ਦਾ ਕਹਿਣਾ ਹੈ ਕਿ ਸਿੱਧੇ ਤੌਰ 'ਤੇ ਜ਼ਿੰਮੇਵਾਰੀ ਹੁਣ ਪੰਜਾਬ ਸਰਕਾਰ ਦੀ ਬਣਦੀ ਹੈ ਇਸ ਮੁੱਦੇ ਨੂੰ, ਕਿਉਂਕਿ ਨੀਤੀ ਕੋਈ ਨਹੀਂ ਕਹਿੰਦੇ ਪੰਜਾਬ ਕੋਲ ਇਸ ਮੁੱਦੇ ਤੇ। ਦੇਖੋ ਸਿੱਧੂ ਸਾਹਿਬ, ਮੈਨੂੰ ਹੁਣ ਮਾੜਾ ਜਿਹਾ 2 ਮਿੰਟ ਦਾ ਮੌਕਾ ਦਿਓ, ਮੈਂ ਸਾਰੀਆਂ ਗੱਲਾਂ ਦਾ ਜਵਾਬ ਦੇਣਾ ਜੀ। ਦੇਖੋ, ਇੱਕ ਗੱਲ ਸੋਚਣ ਵਾਲੀ ਹੈ ਕਿ ਸਭ ਤੋਂ ਪਹਿਲਾਂ ਤਾਂ ਮਾਨ ਸਾਹਿਬ ਨੇ ਝਾਰਖੰਡ ਦੇ ਵਿੱਚ ਜਿਹੜੀ ਕੋਇਲਾ ਖਾਨ ਸੀ ਉਹ ਚਾਲੂ ਕੀਤੀ, ਕਿਸੇ ਵੀ ਸਰਕਾਰ ਨੇ ਉਹਦੇ 'ਚ ਧਿਆਨ ਨਹੀਂ ਦਿੱਤਾ। ਉਹਦਾ ਕਾਰਨ ਸੀ ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਦੇਣਾ। ਹੁਣ ਨੰਬਰ 2 ਤੇ ਅੱਜ ਦੀ ਸੈਂਟਰ ਦੀ ਮੌਜੂਦਾ ਸਰਕਾਰ, ਸਾਡਾ ਕੋਲਾ ਅੱਜ ਦੇ ਸਮੇਂ ਉੜੀਸਾ ਤੋਂ ਆਉਂਦਾ ਹੈ। ਉੜੀਸਾ ਤੋਂ ਕੋਲਾ ਬਾਈ ਟ੍ਰੇਨ ਸਿੱਧਾ ਆਉਂਦਾ, ਲੇਕਿਨ ਸੈਂਟਰ ਦੀ ਸਰਕਾਰ ਨੇ, ਤੁਸੀਂ ਪਿੱਛੇ ਜੇ ਸੀਐਮ ਸਾਹਿਬ ਦੀ ਬਾਈਟ ਵੀ ਸੁਣੀ ਹੋਣੀ ਹੈ ਜਦੋਂ ਦਿੱਲੀ ਗਏ ਸੀ, ਕਿ ਇਹਨਾਂ ਨੇ ਫਰਮਾਨ ਜਾਰੀ ਕਰਤਾ, ਜੇਕਰ ਉੜੀਸਾ ਤੋਂ ਟ੍ਰੇਨ ਬਾਈ ਟ੍ਰੇਨ ਸਿੱਧਾ ਆਉਂਦਾ, ਫੋਰ ਐਗਜ਼ਾਮਪਲ ਜੇ 10 ਰੁਪਏ ਕਿਲੋ ਫਰੇਟ ਪੈਂਦਾ ਹੈ ਤਾਂ ਉਹਦਾ ਰੂਟ ਚੇਂਜ ਕਰਕੇ ਬਾਇਆ ਸ਼੍ਰੀਲੰਕਾ, ਤੇ ਅੱਜ ਉਹ 10 ਰੁਪਏ ਦੀ ਜਗ੍ਹਾ 80 ਰੁਪਏ ਕਿਲੋ ਪੈ ਰਿਹਾ। ਘੱਟੋ ਘੱਟ 5 ਤੋਂ ਲੈ ਕੇ 700 ਕਰੋੜ ਰੁਪਇਆ ਨੁਕਸਾਨ ਹੋ ਰਿਹਾ ਆਪਣੇ ਪੰਜਾਬ। ਬਿਲਕੁਲ ਰਮਨ ਜੀ, ਤੁਹਾਡਾ ਪੁਆਇੰਟ ਸਹੀ ਹੋ ਸਕਦਾ। ਮੈਂ ਦੱਸਣਾ ਚਾਹੁੰਦਾ ਕਿ ਫਾਇਦਾ ਕਿਹਨੂੰ ਪਹੁੰਚਾਇਆ ਜਾ ਰਿਹਾ ਸੈਂਟਰ ਦੀ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਜੀ। ਮਾਨ ਸਾਹਿਬ ਵੱਲੋਂ, ਪੰਜਾਬ ਸਰਕਾਰ ਵੱਲੋਂ ਮੈਂ ਕਿਸਾਨ ਵੀਰਾਂ ਨੂੰ ਇਹ ਜ਼ਰੂਰ ਕਹੂੰਗਾ ਕਿ ਆਉਣ ਵਾਲੇ ਸਮੇਂ 'ਚ ਜੋ ਕੁਝ ਤੁਸੀਂ ਇਹ ਗੱਲ ਕਰ ਰਹੇ ਹੋ, ਪੰਜਾਬ ਸਰਕਾਰ ਦੇ ਸਾਰੀਆਂ ਗੱਲਾਂ ਵਿਚਾਰ ਅਧੀਨ ਨੇ।
ਜੇਕਰ ਕੋਈ ਵੀ ਹੱਲ ਨਾ ਨਿਕਲਿਆ ਤਾਂ ਲਾਸਟ ਵਿਧਾਨ ਸਭਾ ਤਾਂ ਆਪਣੇ ਕੋਲ ਹੈਗੀ ਆ, ਵਿਧਾਨ ਸਭਾ ਦੇ ਅੰਦਰ ਮਤਾ ਲਿਆਂਦਾ ਜਾਏਗਾ ਔਰ ਇੱਕ ਦਿਨ ਹੀ ਸਾਰਿਆਂ ਨੂੰ ਚੁਕਤਾ ਕਰ ਦਿੱਤਾ ਜਾਏਗਾ। ਆਪਾਂ ਲੇਕਿਨ ਆਪਾਂ ਅਸੀਂ ਇਹ ਚਾਹੁੰਦੇ ਆ, ਦੇਖੋ ਵੀ ਹੁਣ ਤੱਕ ਮਾਨ ਸਾਹਿਬ ਜੋ ਕੁਝ ਹੌਲੀ ਹੌਲੀ, ਚਾਹੇ ਉਹ ਕਿਸਾਨਾਂ ਪ੍ਰਤੀ ਸੰਜੀਦਗੀ ਹੋਵੇ ਮਾਨ ਸਾਹਿਬ ਦੀ, ਚਾਹੇ ਪੰਜਾਬ ਦੇ ਦੂਜੇ ਤਬਕਿਆਂ ਲਈ ਸੰਜੀਦਗੀ ਹੋਵੇ। ਇੱਕ ਐਗਜ਼ਾਮਪਲਰੀ ਤੌਰ ਤੇ ਮੈਂ ਗੱਲ ਕਰਦਾ ਕਿ ਚੋਰੀ ਰੋਕਣੀ ਹੈ, ਚਲੋ ਆਪਾਂ ਲੁੱਟ ਖੋਹ ਰੋਕਣੀ ਹੈ, ਉਹ ਕਿਸ ਤਰੀਕੇ ਨਾਲ ਰੋਕਣੀ ਹੈ। ਰਮਨ ਜੀ, ਆਪਾਂ ਮੁੱਦੇ ਤੇ ਮੇਰੀ ਤਹਿਸੀਲ ਚੋਂ ਜਾ ਕੇ ਆਪਾਂ ਮੁੱਦੇ ਤੇ ਗੱਲ ਕਰੀਏ। ਆਪਾਂ ਆਨਲਾਈਨ ਕਰ ਦਿੱਤਾ ਗਿਆ ਪੰਜਾਬ ਸਰਕਾਰ ਨੂੰ। ਆਪਣੇ ਕੋਲੇ ਸਮਾਂ ਨਹੀਂ ਹੈ ਰਮਨ ਜੀ, ਥੋੜਾ ਜਿਹਾ ਸਮਾਂ ਲੱਗ ਰਿਹਾ, ਉਹਦਾ ਕਾਰਨ ਕੀ ਓਕੇ, ਆਪਾਂ ਮੁੱਦੇ ਤੇ ਗੱਲ ਕਰੀਏ, ਮੁੱਦੇ ਤੇ ਗੱਲ ਕਰੀਏ। ਰਾਏਦਾਰ ਘਰਾਣੇ ਜਾਂ ਚੋਰ ਸਾਡੇ ਪੰਜਾਬ ਜੀ ਮੈਂ ਆ ਰਿਹਾ। ਨੂੰ ਢਾਲ ਆਉਂਦੇ ਸੀ, ਇਹਨਾਂ ਚੀਜ਼ਾਂ ਨੂੰ ਰੋਕਣਾ ਹੈ। ਜੀ ਰਮਨ ਜੀ, ਤੁਹਾਡਾ ਵਿਊ ਪੁਆਇੰਟ ਆ ਗਿਆ। ਮਹਿਮਾ ਜੀ ਇਸ ਮੁੱਦੇ ਤੇ ਕਹਿਣਾ ਚਾਹੁੰਦੇ ਆ। ਮਹਿਮਾ ਸਾਹਿਬ, ਵੇਖੋ ਜੀ, ਇਹ ਬਿਲਕੁਲ ਵੀ ਸਰਕਾਰ ਨੂੰ 1 ਸਾਲ ਦੇ ਕਰੀਬ ਹੋ ਚੱਲਿਆ, ਸਮਾਂ ਨਹੀਂ ਕਰ ਰਹੇ ਕੁਝ ਵੀ, ਉਸੇ ਤਰ੍ਹਾਂ ਹੀ ਚੱਲ ਰਹੇ ਨੇ। BBMB ਜਿਹੜਾ ਬੋਰਡ ਦੇ ਵਿੱਚੋਂ ਪੰਜਾਬ ਦਾ ਨੁਮਾਇੰਦਾ ਕੱਢਿਆ, ਅਗਰ ਡੈਮ ਸੇਫਟੀ ਐਕਟ ਬਣਾ ਕੇ ਭਾਖੜਾ ਡੈਮ ਨੂੰ ਕੇਂਦਰ ਸਰਕਾਰ ਨੇ ਆਪਦੇ ਅੰਡਰ ਲੈ ਲਿਆ, ਤਾਂ ਅਸੀਂ ਲਗਾਤਾਰ 6-7 ਮੀਟਿੰਗਾਂ ਹੋਈਆਂ ਉਹਦੇ ਵਿੱਚ ਰੱਖ ਰਹੇ ਹਾਂ ਕਿ ਪੰਜਾਬ ਸਰਕਾਰ ਉਹਦੇ ਵਿਰੁੱਧ ਵਿਧਾਨ ਸਭਾ 'ਚ ਮਤਾ ਪਾ ਕੇ ਉਹਨੂੰ ਰੱਦ ਕਰੇ ਔਰ ਉਹਦਾ ਕੰਟਰੋਲ ਆਪਦੇ ਹੱਥ 'ਚ ਲਵੇ। ਇਹ ਵੀ ਨਹੀਂ ਕਰ ਰਹੇ। ਚੰਡੀਗੜ੍ਹ ਦੇ ਵਿੱਚੋਂ ਜਿਹੜਾ ਨੁਮਾਇੰਦਾ ਕੱਢ ਦਿੱਤਾ ਗਿਆ, ਕੱਲ SSP ਵੀ ਪੰਜਾਬ ਦਾ ਜਿਹੜਾ ਕੱਢ ਦਿੱਤਾ ਗਿਆ, ਉਹਦੇ ਤੇ ਵੀ ਸਰਕਾਰ ਕੁਝ ਨਹੀਂ ਬੋਲ ਰਹੀ। ਮੇਰੀ ਬੇਨਤੀ ਹੈ ਕਿ ਆਪਾਂ ਮੁੱਦੇ ਤੇ ਦੇਖੋ, ਕਿਸਾਨੀ ਦਾ ਮੁੱਦਾ ਹੈ, ਕਿਸਾਨੀ ਦੇ ਮੁੱਦੇ ਤੇ ਬਹੁਤ ਸਾਰੀਆਂ ਗੱਲਾਂ, ਮੈਂ ਖੁਦ ਚਾਹੁੰਦਾ ਕਿ ਕਿਸਾਨੀ ਦੇ ਮੁੱਦੇ ਤੇ ਹੀ ਗੱਲ ਹੋਣੀ ਚਾਹੀਦੀ ਹੈ ਕਿ ਬਾਕੀ ਦੇ ਮੁੱਦਿਆਂ ਤੇ ਆਪਾਂ ਡਿਬੇਟ ਅਕਸਰ ਕਰਦੇ ਰਹਿੰਦੇ ਹਾਂ। ਜੀ ਦੇਖੋ ਜੀ, ਕੇਰਲਾ ਦੀ ਗੱਲ ਕੀਤੀ ਹੈ ਭਦੇਵ ਸਾਹਿਬ ਨੇ ਵੀ ਕਿ ਉੱਥੇ ਫਸਲਾਂ ਦੇ ਉੱਤੇ ਕੇਂਦਰ ਸਰਕਾਰ ਨਹੀਂ ਦੇ ਰਹੀ ਹੈ ਜੀ MSP, ਤੇ ਉਸ ਰਾਜ ਸਰਕਾਰ ਨੇ MSP ਤੈਅ ਕਰਤੀ ਹੈ। ਤਾਂ ਇਹ 1 ਸਾਲ ਹੋ ਗਿਆ, ਇਹ ਕਿਸੇ ਵੀ ਇਹਨਾਂ ਇੱਕ MSP ਨਹੀਂ ਦਿੱਤੀ। ਮੂੰਗੀ ਦੇ ਕਹਿੰਦੇ ਹੀ ਦਿਆਂਗੇ, ਉਹਦੇ ਤੇ ਵੀ ਪੂਰੀ ਨਹੀਂ ਕੀਤੀ। ਜਿਹੜੀ ਸਾਡੀ ਬਾਸਪਤੀ ਉਹਦੇ ਤੇ ਵੀ ਨਹੀਂ ਦੇ ਰਹੇ, ਔਰ ਸਬਜ਼ੀਆਂ ਲਗਾਤਾਰ ਸਾਡੀਆਂ ਮੰਡੀ ਜਾ ਰਹੀਆਂ। ਜਿਹੜੀ ਪੰਜਾਬ ਸਰਕਾਰ ਵੀ ਦੇ ਸਕਦੀ ਹੈ, MSP ਤੈਅ ਕਰ ਸਕਦੀ ਹੈ, ਕਾਨੂੰਨ ਬਣਾ ਸਕਦੀ ਹੈ, ਪੰਜਾਬ ਤੇ ਘੱਟ ਨਹੀਂ ਵਿਕੇਗੀ। ਉਹ ਹਾਲੇ ਤੱਕ ਕੋਈ ਵੀ ਇਹਨਾਂ ਕਿਸਾਨਾਂ ਦੇ ਪੱਖ ਦਾ ਨਹੀਂ ਕੀਤਾ ਜੀ। ਜਿਹੜਾ ਹੈਗਾ ਸੀ ਆਬਾਦਕਾਰਾਂ ਦੀ ਜ਼ਮੀਨ ਖੋਹਣ ਤੁਰੇ ਹੋਏ ਨੇ, ਜਲੰਧਰ ਦੇ ਵਿੱਚ ਘਰ ਢਾਹ ਦਿੱਤੇ ਗਏ ਵੀ, ਜਾਣੀ ਇਹ BJP ਤੋਂ ਵੀ ਅੱਗੇ ਲੱਗ ਕੇ ਚੱਲ ਰਹੀ ਹੈ ਕਿਸਾਨਾਂ ਵਿਰੁੱਧ। ਮਹਿਮਾ ਜੀ, BJP ਦੇ ਬੁਲਾਰੇ ਦਾ ਕਹਿਣਾ ਹੈ ਕਿ ਜੇ ਕਿਸਾਨੀ ਮੁੱਦਿਆਂ ਦੀ, ਚਾਹੇ ਟੋਲ ਪਲਾਜ਼ੇ, ਜੇ ਦੂਜੇ ਮੁੱਦਿਆਂ ਦੀ ਗੱਲ ਕਰੋ, ਕਹਿੰਦੇ ਸਾਡੇ ਨਾਲ ਸਹਿਮਤੀ ਹੋਏਗੀ ਤਾਂ ਅਸੀਂ ਕੇਂਦਰ ਕੋਲੇ ਆਪ ਜਾ ਕੇ ਭਾਜਪਾ ਅੱਗੇ ਲੱਗ ਕੇ ਕਿਸਾਨਾਂ ਦੇ ਨਾਲ ਇਹਨਾਂ ਮੁੱਦਿਆਂ ਤੇ ਗੱਲ ਕਰ ਸਕਦੀ ਹੈ ਕੇਂਦਰ ਦੇ ਨਾਲ। ਕੀ ਕਹੋਗੇ? ਉਹ ਕਹਿੰਦੇ ਅਸੀਂ ਤਾਂ ਤਿਆਰ ਹਾਂ ਗੱਲ ਕਰਨ ਲਈ। ਵੇਖੋ ਜੀ ਸਿੱਧੂ ਸਾਹਿਬ, ਅਸੀਂ ਪਿਛਲੀ ਜਿਹੜੀ ਤਰੀਕ ਲੰਘ ਕੇ ਗਈ ਹੈ ਸਾਲਗਿਰਾ 11 ਦਸੰਬਰ, ਅੱਜ ਆਪਾਂ ਬੈਠੇ ਆ 16 'ਚ, ਉਸ ਦਿਨ ਹੀ ਅਸੀਂ ਇਹਨਾਂ ਦੇ ਸਾਰੇ ਜਿਹੜੇ MP ਨੇ, ਪਾਰਲੀਮੈਂਟ ਮੈਂਬਰ ਨੇ, ਉਹਨਾਂ ਨੂੰ ਇੱਕ ਮੰਗ ਪੱਤਰ ਦੇ ਕੇ ਆਏ ਆ ਵੀ ਆਹ ਸਾਡੀਆਂ ਮੰਗਾਂ ਨੇ, ਇਹਦੇ 'ਚ ਪਾਰਲੀਮੈਂਟ 'ਚ ਬਹਿਸ ਕਰਾਓ, ਚਰਚਾ ਕਰਾਓ, ਉੱਥੇ ਜਿਹੜਾ ਸਾਡੀਆਂ ਮੰਗਾਂ ਪਾਸ ਕਰੋ। ਪਰ ਉੱਥੇ ਪ੍ਰਨੀਤ ਕੌਰ ਬੋਲੀ ਹੈ ਥੋੜਾ ਜਿਹਾ 2 ਮਿੰਟ, ਇੱਕ ਆਪਣੀ ਹਰਸਿਮਰਤ ਕੌਰ ਬਾਦਲ ਬੋਲੀ ਹੈ। BJP ਦੇ 303 MP ਨੇ, ਉਹ ਵੀ ਕੋਈ ਨਹੀਂ ਬੋਲਿਆ। ਇੱਧਰ ਰਾਜ ਸਭਾ ਵਾਲਿਆਂ ਨੂੰ ਮੈਂ ਦੇ ਕੇ ਆਏ ਆ ਅਸੀਂ, ਉਹਦੇ 'ਚ ਇਹਨਾਂ ਦੇ ਆਪ ਵਾਲਿਆਂ ਦੇ ਵੀ ਰਾਜ ਸਭਾ ਮੈਂਬਰ ਹੈਗੇ ਨੇ, ਉਹ ਵੀ ਕੋਈ ਨਹੀਂ ਬੋਲਿਆ ਵੀ ਕਿਸਾਨੀ ਮਸਲਿਆਂ ਨੂੰ ਪਾਰਲੀਮੈਂਟ ਦੇ ਵਿੱਚ ਨਹੀਂ ਉਠਾ ਰਹੇ। ਜੀ, ਤੁਹਾਡੀ ਗੱਲ ਆ ਗਈ। ਆਪਾਂ ਪੰਦੇਰ ਸਾਹਿਬ ਤੋਂ ਕਮੈਂਟ ਵੀ ਲੈ ਲਈਏ। ਇਹ ਕਹਿੰਦੇ ਸਾਡੇ ਨਾਲ ਗੱਲ ਕਰੋ, ਇਹ ਨੁਮਾਇੰਦਿਆਂ ਰਾਹੀਂ ਹੁੰਦਾ ਨਾ ਵੀ। ਜੀ ਨੁਮਾਇੰਦਿਆਂ ਰਾਹੀਂ ਹੁੰਦਾ, ਬਿਲਕੁਲ ਆਪਾਂ ਜਵਾਬ ਲੈਣੇ ਆ ਭਾਜਪਾ ਕੋਲੋਂ। ਪਹਿਲਾਂ ਮੈਂ ਪੰਦੇਰ ਸਾਹਿਬ ਦੇ ਕਮੈਂਟ ਵੀ ਲੈਣਾ ਚਾਹਾਂਗਾ। ਪੰਦੇਰ ਸਾਹਿਬ, ਪੰਜਾਬ ਦੀ ਗੱਲ ਵੀ ਹੈ, MSP ਦੇ ਫਸਲਾਂ ਦੇ ਮੁੱਦਿਆਂ ਦੀ ਗੱਲ, ਤੇ ਕੇਂਦਰ ਦਾ ਮੁੱਦਾ ਵੀ ਹੈ। ਤੁਸੀਂ ਕਿਵੇਂ ਦੇਖਦੇ ਹੋ? ਦਿੱਲੀ 'ਚ ਵੱਡਾ ਸੰਘਰਸ਼ ਲੜਿਆ, ਹੁਣ ਪੰਜਾਬ 'ਚ ਉਹ ਸੰਘਰਸ਼ ਵਿੱਢਿਆ। ਜੀ ਪੰਦੇਰ ਜੀ। ਦੇਖੋ, ਕੇਂਦਰ ਦਾ ਰਵੱਈਆ ਸਾਰੇ ਦੇਸ਼ ਪ੍ਰਤੀ ਕੋਈ ਚੰਗਾ ਨਹੀਂ ਹੈ। ਆਪਣੀਆਂ ਸਰਕਾਰਾਂ ਜਿੱਥੇ ਸਟੇਟਾਂ 'ਚ ਨੇ ਉਹਨਾਂ ਦੀ, ਉੱਥੇ ਵੀ ਠੀਕ ਨਹੀਂ ਹੈ। ਜੇ ਯੂਪੀ ਵਿੱਚ ਇਹਨਾਂ ਦੀ ਡਬਲ ਇੰਜਨ ਦੀ ਸਰਕਾਰ ਆ, ਗੁਜਰਾਤ 'ਚ ਇਹਨਾਂ ਦੀ ਡਬਲ ਇੰਜਨ ਦੀ ਸਰਕਾਰ ਆ, ਉੱਥੇ ਕੱਲਾ ਉੱਤਰੀ ਖੇਤ ਯੂਪੀ ਦਾ ਜਿੱਥੇ ਫਸਲ ਦੀ ਖਰੀਦ ਹੋ ਰਹੀ ਹੈ, ਬਾਕੀ ਤਾਂ ਉੱਥੇ ਵੀ ਖਰੀਦ ਨਹੀਂ ਹੋ ਰਹੀ। ਮੱਧ ਪ੍ਰਦੇਸ਼ ਦੇ ਵਿੱਚ ਵੀ ਕਿਸਾਨ ਰੋ ਰਹੇ ਨੇ। ਜਿਹੜਾ ਲਿਖਤੀ ਚਿੱਠੀ ਭੇਜੀ ਕਿਸਾਨਾਂ ਨੂੰ ਲਗਭਗ ਦਸੰਬਰ 21 ਚ, ਉਹਦਾ ਵਾਅਦਾ ਪੂਰਾ ਕਰ ਦੇਣ, MSP ਗਰੰਟੀ ਕਾਨੂੰਨ ਬਣਾ ਦੇਣ, ਸਾਡਾ ਸਰਜੇ ਕੇਸ ਵਾਪਸ ਲੈਣੇ ਸੀ। ਸਰਕਾਰ ਦਾ ਢੇਲਾ ਨਹੀਂ ਲੱਗਦਾ ਹੈਗਾ, ਪੂਰੇ ਮੁਲਕ ਚ ਉਹ ਨਹੀਂ ਲਏ ਗਏ। ਸ਼ਹੀਦਾਂ ਨੂੰ ਸਨਮਾਨ ਕਰਨਾ ਸੀਗਾ, ਕੋਈ ਪੈਸਾ ਦਿਲ ਮੰਗੀ ਸੀ, ਅਜੇ ਤੱਕ ਨਹੀਂ ਹੋਇਆ ਹੈਗਾ। ਲਖੀਮਪੁਰ ਖੀਰੀ ਦੇ ਵਿੱਚ 120 ਦਾ ਪਰਚਾ ਵਾ, ਅਜੇ ਮਿਸ਼ਰਾ ਟੈਨੀ ਜੀ ਤੇ ਅਜੇ ਵੀ ਕੇਂਦਰੀ ਗ੍ਰਹਿ ਰਾਜ ਮੰਤਰੀ ਬਣੇ ਹੋਏ ਨੇ। ਦੂਸਰਾ,
ਬਿਜਲੀ ਵੰਡ ਦਾ ਨੋਟੀਫਿਕੇਸ਼ਨ ਫਿਰ ਕੀਤਾ। ਖੇਤੀ ਸੈਕਟਰ ਵੀ ਸੂਬਿਆਂ ਦਾ ਵਿਸ਼ਾ ਸੀ, ਬਿਜਲੀ ਵੀ ਸੂਬਿਆਂ ਦਾ ਵਿਸ਼ਾ ਵਾ। ਇਹਦੇ ਤੇ ਆਪ ਵਾਲੇ ਵੀ ਨਹੀਂ ਬੋਲ ਰਹੇ। ਬਿਜਲੀ ਇੱਕ ਹੁੰਦਾ ਬਿਜਲੀ ਸੋਧ ਬਿੱਲ 2022, ਇੱਕ ਹੈਗਾ ਬਿਜਲੀ ਵੰਡ ਨਿਯਮ ਲਾਇਸੈਂਸ ਰੂਲ 2022। ਪਿਊਸ਼ ਗੋਇਲ ਜੀ ਦੇ ਮਹਿਕਮੇ ਨੇ ਇਹ ਨੋਟੀਫਿਕੇਸ਼ਨ ਕਰ ਦਿੱਤਾ ਵਾ। ਤਾਂ ਤੁਸੀਂ ਜੇ ਸੂਬੇ ਪੰਜਾਬ ਨੂੰ ਵੀ ਇਹ ਕਿਸਾਨਾਂ ਦਾ ਅੰਦੋਲਨ ਸੀ, ਪੰਜਾਬੀ ਨਾਲ ਖੜੇ ਸੀ, ਉਹਦੇ ਕਰਕੇ ਵਿਤਕਰਾ ਕਰੋਗੇ ਤਾਂ ਮੈਨੂੰ ਨਹੀਂ ਵਾਜਬ ਲੱਗਦਾ ਹੈਗਾ। ਦੂਸਰਾ, ਆਮ ਆਦਮੀ ਪਾਰਟੀ ਦੀ ਸਰਕਾਰ ਦੱਸੇ ਅਜੇ ਉਹਨਾਂ ਦੀ ਸਟੱਡੀ ਨਹੀਂ ਹੈਗੀ। ਉਹ ਕਹਿੰਦੇ ਨੇ ਵੀ ਮਾਰਚ ਮਹੀਨੇ ਵਿੱਚ ਅਸੀਂ ਖੇਤੀ ਪਾਲਿਸੀ ਲਿਆਵਾਂਗੇ। 1 ਸਾਲ ਤਾਂ ਪਾਲਿਸੀ ਲਿਆਉਂਦਿਆਂ ਨੂੰ ਲੰਘ ਜਾਣਾ। ਜੇ ਐਮਐਨਟੀ ਕਾਨੂੰਨ ਬਣਾਉਣ ਤਾਂ ਉਹਨਾਂ ਦਾ ਪੈਸਾ ਕੀ ਲੱਗਦਾ ਹੈਗਾ, ਮਾੜਾ ਜਿਹਾ ਇਹ ਦੱਸ ਦੇਣ। ਜਾਂ ਇਹ ਪੱਲੜਾ ਝਾੜ ਕੇ ਕੇਂਦਰ ਵੱਲ ਲੰਘ ਜਾਂਦੇ ਨੇ। ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਤੇ ਉਹਨਾਂ ਦਾ ਕੋਈ ਨਜ਼ਰੀਆ ਨਹੀਂ। ਇਹ ਗੱਲਾਂ ਉਹਨਾਂ ਨੇ ਇਲੈਕਸ਼ਨ ਪੀਰੀਅਡ ਵਿੱਚ ਕਹੀਆਂ ਹੋਈਆਂ ਨੇ ਜੀ। तो ये पब्लिक डोमेन च आ चीज़ां। बिल्कुल। तो असी ठीक है प्रवक्ता चंगे हो सकते हैं, शब्दां दी जादूगरी कर सकते हैं, पर पंजाब दी आर्थिकता नहीं सुधर सकती। ਇਹਦੇ ਨਾਲ ਅਸਲ ਵਿੱਚ ਕੰਮ ਕੀਤਿਆਂ ਹੀ ਕੁਛ ਨਾ ਕੁਛ ਹੋਊਗਾ। ਬਿਲਕੁਲ ਤੁਹਾਡਾ ਵਿਊ ਪੁਆਇੰਟ ਆ ਗਿਆ। ਆਪਾਂ ਪਹਿਲਾਂ ਭਾਜਪਾ ਦੇ ਬੁਲਾਰੇ ਸਾਡੇ ਨਾਲ ਚੰਨੀ ਜੀ ਜੁੜੇ ਹੋਏ। ਚੰਨੀ ਜੀ, ਇਸ ਮੁੱਦੇ ਤੇ ਦੇਖੋ ਦੋਨਾਂ ਕਿਸਾਨ ਆਗੂਆਂ ਦਾ ਕਹਿਣਾ ਹੈ, ਐਮਐਸਪੀ ਦੀ ਗੱਲ ਕਰ ਲਈਏ, ਦੂਜੇ ਜਿਹੜੇ ਮੁੱਦਿਆਂ ਦੀ ਗੱਲ ਕਰ ਲਈਏ, ਚਾਹੇ ਲਖੀਮਪੁਰ ਖੀਰੀ ਦੀ ਗੱਲ ਕਰਦੇ ਹਾਂ, ਤੇ ਕਿਸਾਨਾਂ ਤੇ ਹੋਏ ਜਿਹੜੇ ਕੇਸ ਹੈ ਉਹਨਾਂ ਦੀ ਗੱਲ ਕਰਦੇ ਹਾਂ। ਇਹਨਾਂ ਸਾਰੇ ਮਾਮਲਿਆਂ ਨੂੰ ਲੈ ਕੇ ਅਸੀਂ ਕਹਿੰਦੇ ਕੇਂਦਰ ਦੇ ਨਾਲ ਜਿਹੜੀ ਗੱਲਬਾਤ ਵੀ ਹੋਈ ਸੀ, ਪੱਤਰ ਵੀ ਲਿਖਿਆ, ਪਾਰਲੀਮੈਂਟ ਮੈਂਬਰਾਂ ਨੂੰ ਦਿੱਤਾ ਗਿਆ, ਪਾਰਲੀਮੈਂਟ ਦੇ ਅੰਦਰ ਕਿਸੇ ਨੇ ਆਵਾਜ਼ ਨਹੀਂ ਉਠਾਈ। ਭਾਜਪਾ ਦਾ ਵੀ ਕੋਈ ਰਵੱਈਆ ਕਿਸਾਨਾਂ ਦੇ ਪ੍ਰਤੀ ਚੰਗਾ ਨਹੀਂ ਹੈ, ਮਾਰੂ ਰਵੱਈਆ ਹੈ, ਇਹ ਕਿਹਾ ਜਾ ਰਿਹਾ ਕਿਸਾਨ ਆਗੂਆਂ ਵੱਲੋਂ। ਦੇਖੋ ਜਿੱਥੋਂ ਤੱਕ ਇਹਨਾਂ ਨੇ ਕਿਹਾ ਭਾਜਪਾ ਆਗੂ ਉੱਥੇ ਬੋਲੇ, ਉੱਥੇ ਜਿਹੜੀ ਰਾਜ ਸਭਾ ਜਾਂ ਪਾਰਲੀਮੈਂਟ ਹੈ ਉੱਥੇ ਜਿਹੜਾ ਬੋਲਣ ਦਾ ਸਮਾਂ ਹੁੰਦਾ ਬਹੁਤ ਸੀਮਤ ਹੁੰਦਾ ਹੈ। ਉੱਥੇ ਜੇ ਬੰਦੇ ਨੂੰ ਟਾਈਮ ਮਿਲੂਗਾ ਤਾਂ ਹੀ ਬੋਲੂਗਾ। ਜੇ ਭਾਜਪਾ ਆਗੂਆਂ ਨੂੰ ਟਾਈਮ ਮਿਲਿਆ ਹੁੰਦਾ ਉਹ ਨਾ ਬੋਲਦੇ, ਫਿਰ ਆਪਾਂ ਕਹਿ ਸਕਦੇ ਸੀ ਉਹਨਾਂ ਨੇ ਬੋਲਿਆ ਨਹੀਂ। ਚੰਨੀ ਜੀ ਸਰਕਾਰ, ਚੰਨੀ ਜੀ ਆਮ ਸੌਰੀ, ਦੇਖੋ ਚੰਨੀ ਜੀ, ਦੇਖੋ ਸਰਕਾਰ ਭਾਜਪਾ ਦੀ, ਸਪੀਕਰ ਆਪਾਂ ਸਾਰੇ ਜਾਣਦੇ ਹਾਂ, ਸਪੀਕਰ ਭਾਜਪਾ ਦਾ, ਸਮਾਂ ਕਿਹਨੇ ਦੇਣਾ ਹੈ, ਮੁੱਦੇ ਤੈਅ ਕਰਨੇ ਆ, ਭਾਜਪਾ ਦੇ ਪਾਰਲੀਮੈਂਟਰੀ ਬੋਰਡ ਨੇ ਤੈਅ ਕਰਨੇ ਆ, ਮੁੱਦੇ ਕਾਂਗਰਸ ਨੇ ਤਾਂ ਤੈਅ ਨਹੀਂ ਕਰਨੇ। ਇੱਕ ਮਿੰਟ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹਾਂ, ਮੇਰੀ ਬੇਨਤੀ ਸੁਣ ਲਓ ਜੀ। ਤੁਸੀਂ ਤਾਂ ਬਹੁਤ ਚੰਗੀ ਤਰ੍ਹਾਂ ਵਿਧਾਨ ਸਭਾ ਦੀ ਕਾਰਵਾਈ ਦੇਖਦੇ ਰਹੇ ਹੋ, ਤੁਹਾਨੂੰ ਪਤਾ ਹੈ ਕਿ ਵਿਧਾਨ ਸਭਾ ਦੀ ਕਾਰਵਾਈ ਹੁੰਦੀ ਜ਼ਰੂਰੀ ਨਹੀਂ ਜਿਹੜੀ ਸਰਕਾਰੀ ਐਮਐਲਏ ਨੇ ਉਹਨਾਂ ਨੂੰ ਟਾਈਮ ਮਿਲੇ। ਟਾਈਮ ਪਾਰਟੀ ਦੇ ਹਿਸਾਬ ਨਾਲ ਮਿਲਦਾ। ਕਿਸੇ ਇੱਕ ਪਾਰਟੀ ਦੇ ਹੁਕਮਰਾਨ ਪਾਰਟੀ ਵਾਲੇ 10 ਮੈਂਬਰ ਨੇ, ਉਹਨਾਂ ਨੂੰ 4 ਘੰਟੇ ਮਿਲ ਗਏ, ਘੱਟ 3 ਘੰਟੇ ਮਿਲ ਗਏ। ਉਹਨਾਂ ਕੋਲ 300 ਮੈਂਬਰਾਂ ਦੇ ਵਿੱਚੋਂ ਪੰਜਾਬ ਵਾਲਿਆਂ ਨੂੰ ਟਾਈਮ ਨਹੀਂ ਮਿਲਿਆ ਤਾਂ ਉਹ ਕੀ ਕਰ ਸਕਦੇ ਹਨ? ਉਹ ਦੁਬਾਰਾ ਆਪਾਂ ਦੁਬਾਰਾ ਉਹਨਾਂ ਦੀ ਟਾਈਮ ਲੈ ਕੇ ਮਿਸਟਰ ਆਪਾਂ ਟਾਈਮ ਲੈ ਕੇ ਦੁਬਾਰਾ ਗੱਲ ਕਰ ਸਕਦੇ ਹਾਂ। ਚੰਨੀ ਸਾਹਿਬ, ਵਿਧਾਨ ਸਭਾ ਦਾ ਇਜਲਾਸ 7 ਦਸੰਬਰ ਤੋਂ ਸ਼ੁਰੂ ਹੋਇਆ ਹੈ ਤੇ 29 ਦਸੰਬਰ ਤੱਕ ਚੱਲਣਾ ਹੈ, ਜਿਹਦੇ ਵਿੱਚ ਅਸੀਂ ਰੱਖਿਆ ਵੀ ਇਹ ਪੂਰਾ ਜਿਹੜਾ ਸੈਸ਼ਨ ਹੈ ਸਦਰ ਦਾ ਇਜਲਾਸ ਤੇ ਇਹਦੇ ਵਿੱਚ ਸਾਡੀਆਂ ਰਹਿੰਦੀਆਂ ਮੰਗਾਂ ਪੂਰੀਆਂ ਕਰੋ ਔਰ ਜਿਹੜੇ ਸਾਡੇ ਐਮਐਸਪੀ ਤੇ ਕਾਨੂੰਨ ਜਿਹੜਾ ਜਲਦੀ ਬਣਾਓ। ਉਹ ਸਾਰਿਆਂ ਨੂੰ ਭੇਜਿਆ ਸੀ ਔਰ 1 ਮਹੀਨੇ ਦੇ ਵਿੱਚ ਵੀ 15 ਦਿਨਾਂ 'ਚ ਲੰਘ ਗਏ, ਸ਼ਾਇਦ 7 ਦਿਨ ਲੰਘੇ ਨੇ, ਹਾਲੇ ਅਜੇ 15 ਦਿਨ ਪਏ ਹੋਏ ਨੇ। ਜੀ ਚੰਨੀ ਜੀ, ਮੈਂ ਥੋੜਾ ਜਿਹਾ ਚੰਨੀ ਜੀ, ਮੈਂ ਕਿਸਾਨ ਨੇਤਾ ਦਾ ਜਿਹੜੇ ਕਮੈਂਟ ਆ ਥੋੜਾ ਉਹਦੇ ਸੋਧ ਦਿਆਂ। ਉਹਨਾਂ ਦਾ ਕਹਿਣ ਤੋਂ ਭਾਵ ਆ ਪਾਰਲੀਮੈਂਟ ਸੈਸ਼ਨ ਦੀ ਗੱਲ ਕਰ ਰਹੇ। ਮੈਂ ਨੋਟ ਕਰ ਲਿਆ ਜੀ, ਮੈਂ ਕहीं ਬੋਲਣ ਲੱਗਿਆ ਸੀ, ਮੈਂ ਨੋਟ ਕਰ ਲਿਆ ਕਿ ਗਲਤੀ ਨਾਲ ਵਿਧਾਨ ਸਭਾ ਕਹਿ ਲਿਖੇ ਜੀ। ਪਾਰਲੀਮੈਂਟ ਦੀ ਰਹਿੰਦੇ ਅਸੀਂ ਪਾਰਲੀਮੈਂਟ ਜਿਹੜੇ ਸਾਡੇ ਮੈਂਬਰ ਨੇ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਵੀ ਟਾਈਮ ਲੈ ਕੇ ਕਿਸਾਨਾਂ ਦੇ ਮੁੱਦੇ ਉੱਤੇ ਉਠਾਏ ਜਾਣ। ਚਲੋ ਤੁਹਾਡੀ ਗੱਲ ਆ ਗਈ। ਆਪਾਂ ਫਿਰ ਕਿਸਾਨ ਕਿੰਨੇ ਕੁ ਸਹਿਮਤ ਹੁੰਦੇ ਇਸ ਮੁੱਦੇ ਤੇ ਦੁਬਾਰਾ ਆਵਾਂਗੇ। ਰਮਨ ਜੀ, ਸਵਾਲ ਤਾਂ ਸਿੱਧੇ ਤੌਰ ਤੇ ਪੰਜਾਬ ਬਾਰੇ ਵੀ ਉਹਨਾਂ ਨੇ ਗੱਲ ਕੀਤੀ ਆ, ਕਿਸਾਨ ਆਗੂਆਂ ਨੇ, ਖੇਤੀ ਨੀਤੀ ਕੋਈ ਨਹੀਂ, ਐਮਐਸਪੀ ਦੇ ਮੁੱਦੇ ਤੇ ਜਿਹੜੀਆਂ ਫਸਲਾਂ ਤੇ ਸਹਿਮਤੀ ਬਣੀ ਸੀ ਉਹਨਾਂ ਫਸਲਾਂ ਤੇ ਵੀ ਕੋਈ ਐਮਐਸਪੀ ਦਿੱਤੀ ਨਹੀਂ ਗਈ। ਕਿਸਾਨੀ ਕਰਜ਼ੇ ਦੀ ਗੱਲ ਕਰ ਲਈਏ, ਖੇਤ ਮਜ਼ਦੂਰਾਂ ਦੇ ਕਰਜ਼ੇ ਦੀ ਗੱਲ ਕਰ ਲਈਏ, ਉਸ ਪਾਸੇ ਵੱਲ ਵੀ ਕੋਈ ਜਿਹੜਾ ਹੈਗਾ ਪੋਜ਼ਿਟਿਵ ਸਟੈਪ ਨਹੀਂ ਲਏ ਗਏ। ਸੋ ਸਿੱਧੇ ਤੌਰ ਤੇ ਮਾਨ ਸਰਕਾਰ ਨੂੰ ਵੀ ਕਿਸਾਨ ਆਗੂਆਂ ਵੱਲੋਂ ਕਟਹਿਰੇ 'ਚ ਖੜਾ ਕੀਤਾ ਜਾ ਰਿਹਾ। ਜੀ ਰਮਨ ਚਾਂਦੀ ਜੀ। ਦੇਖੋ ਸਿੱਧੂ ਸਾਹਿਬ, ਇੱਕ ਗੱਲ ਮੈਂ ਬਿਲਕੁਲ ਕਲੀਅਰ ਕਰ ਦੇਣੀ ਚਾਹੁੰਦਾ ਕਿ ਜਿਹੜਾ ਕਿਸਾਨੀ ਕਰਜ਼ੇ ਨੂੰ ਲੈ ਕੇ ਮੁੱਦਾ ਹੈ, ਇਸ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਕਿ ਮਾਨ ਸਾਹਿਬ ਨੇ ਜਿਹੜੇ ਦੂਜੇ ਨੇਤਾਵਾਂ ਨਾਲੋਂ, ਮੈਂ ਨਹੀਂ ਕਹਿੰਦਾ, ਦੇਖੋ ਮੈਂ ਅੱਜ ਟੀਵੀ ਤੇ ਬੋਲ ਰਿਹਾ, ਮੈਂ ਇਹ ਨਹੀਂ ਕਹਿੰਦਾ ਕਿ ਮਾਨ ਸਾਹਿਬ ਸਾਰਿਆਂ ਨਾਲੋਂ ਚੰਗੇ ਨੇ, ਲੇਕਿਨ ਮਾਨ ਸਾਹਿਬ ਇਹਨਾਂ ਦੂਜੀਆਂ ਸਰਕਾਰਾਂ ਦੇ ਨੇਤਾਵਾਂ ਤੋਂ ਜ਼ਰੂਰ ਚੰਗੇ ਨੇ, ਕਿਉਂਕਿ ਉਹ ਪੰਜਾਬ ਦੇ ਕਿਸਾਨਾਂ ਲਈ
ਪ੍ਰਾਪਤ ਯਤਨ ਕਰ ਰਹੇ ਨੇ। ਤੁਸੀਂ ਦੇਖੋ, ਜਵਾਬ ਪੰਜਾਬ ਰਮਨ ਜੀ ਦੇ ਰਮਨ ਜੀ ਹਾਲਾਤ- ਰਮਨ ਜੀ ਮੈਂ ਬਿਲਕੁਲ ਰਮਨ ਜੀ ਤੁਹਾਡੇ ਤੋਂ ਜਵਾਬ ਲਵਾਂਗਾ, ਨਿੱਕਾ ਜਿਹਾ ਜਵਾਬ ਲੈ ਲਈਏ। ਬਿਲਕੁਲ ਤੁਹਾਡਾ ਇੰਪੋਰਟੈਂਟ ਕਮੈਂਟ ਹੈ। ਮਹਿਮਾ ਜੀ ਤੁਸੀਂ ਕਹਿੰਦੇ ਹੋ ਕਿ ਕੀਤਾ ਕੁਝ ਨਹੀਂ, ਰਮਨ ਜੀ ਕਹਿੰਦੇ ਕਿ ਬਾਕੀ ਦੇ ਨਾਲੋਂ ਚੰਗੇ ਆ, ਚੰਗਾ ਕੰਮ ਕਰ ਰਿਹਾ। ਸੰਖੇਪ ਚ ਕਮੈਂਟ, ਫੇਰ ਕਿਉਂ ਨਿੰਦਾ ਕਰਦੇ ਹੋ ਜੀ ਮਹਿਮਾ ਜੀ? ਦੇਖੋ ਜੀ, ਦਾਲ 'ਚ ਇੱਕ ਦਾਣਾ ਕੱਢ ਕੇ ਇਹਨੂੰ ਟੋਹ ਲਿਆ ਜਾਂਦਾ ਵੀ ਕਿੱਦਾਂ ਦਾ। ਅਸੀਂ ਇੱਕੋ ਪੁਆਇੰਟ ਤੇ ਹੀ ਗੱਲ ਕਰਦੇ ਆ ਕਿ ਜਿਹੜਾ ਆਬਾਦਕਾਰਾਂ ਦੀ ਮੰਗ ਸੀ ਸਾਡੀ ਕਿ ਉਹਨਾਂ ਦੇ ਕਾਨੂੰਨ ਬਣਾ ਕੇ ਉਹਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ, ਔਰ ਇਹਨਾਂ ਨੇ ਪੰਜਾਬ 'ਚ ਸਾਰੇ ਆਬਾਦਕਾਰਾਂ ਤੋਂ ਜ਼ਮੀਨਾਂ ਖੋਹਣੀਆਂ ਸ਼ੁਰੂ ਕੀਤੀਆਂ ਹੋਈਆਂ ਨੇ, ਛੋਟੇ ਛੋਟੇ 1.5 2 ਕਿੱਲੇ ਵਾਲੇ ਕਿਸਾਨਾਂ ਤੋਂ। ਚਲੋ ਤੁਸੀਂ ਦਾਲ ਚ ਕਾਲੇ ਦਾਣੇ ਦੀ ਗੱਲ ਕਰਤੀ ਮਹਿਮਾ ਜੀ, ਆਪਾਂ ਜਵਾਬ ਲੈ ਲਈਏ। ਪੰਦੇਸ਼ ਸਾਹਿਬ ਇੱਕ ਮਿੰਟ ਮੈਂ ਤੁਹਾਡੇ ਤੋਂ ਵੀ ਲੈਣਾ ਚਾਹਾਂਗਾ, ਪੰਦੇਸ਼ ਸਾਹਿਬ ਤੋਂ ਵੀ ਮੈਂ ਕਮੈਂਟ ਲੈਣਾ ਚਾਹਾਂਗਾ। ਪੰਦੇਸ਼ ਸਾਹਿਬ ਜੀ, ਪੰਦੇਸ਼ ਸਾਹਿਬ ਦੇਖੋ ਪਹਿਲੇ ਸਵਾਲਾਂ ਦੇ ਜਵਾਬ ਨਹੀਂ ਆ ਰਹੇ। ਇੱਕ ਲੈਂਡ ਐਕਟ ਵਿੱਚ ਇਹਨਾਂ ਨੇ ਜਿਹੜਾ ਲੈਂਡ ਐਕਟ 1961 ਆ ਉਹਦੇ 'ਚ ਵੀ ਚਰਚਾ ਹੋਈ ਸੀ ਵੀ ਉਹਦੇ 'ਚ ਜੁਮਲਾ ਮੁਸ਼ਤਰਕਾ ਮਾਲਕਨ ਜ਼ਮੀਨਾਂ ਤੇ ਵੀ ਜਿਹੜਾ ਸੰਸ਼ੋਧਨ ਇਹਨਾਂ ਨੇ ਲਿਆਂਦਾ, ਅਜੇ ਤੱਕ ਦਲੀਲ ਨਹੀਂ ਦੇ ਸਕੇ। ਤਾਂ ਫਿਰ ਮੰਨੇ ਵੀ ਅਸੀਂ ਜੀ ਜਿਹੜੇ ਆਪਣੇ ਮਹਾਲੀ 'ਚ ਬੰਦੇ ਨੇ, ਤਗੜੇ ਬੰਦੇ ਨੇ ਜੀ, ਇਹ ਜ਼ਮੀਨਾਂ ਮੱਲ ਕੇ ਅਸੀਂ ਕਿਹਾ ਤਗੜਿਆਂ ਕੋਲ ਲੈ ਲਓ। ਜਿਹੜੇ ਲੋਕ ਵਿਚਾਰੇ ਸ਼ਾਮਲਾਤ ਪੱਤੀਆਂ, ਇਹ ਪੰਚਾਇਤਾਂ ਦਾ ਜਾਂ ਪਿੰਡਾਂ ਦਾ ਇਸ਼ੂ ਆ, ਇਹਨੂੰ ਤੁਸੀਂ ਕਿਉਂ ਕਨਵਰਟ ਕਰਤਾ ਮਾਲਕੀ 'ਚ? ਫਿਰ ਕਹਿੰਦੇ ਜੀ ਹਾਈ ਕੋਰਟ ਦੀ ਜੱਜਮੈਂਟ ਆ ਗਈ ਆ। ਤਾਂ ਕੋਈ ਠੋਸ ਜਵਾਬ ਤਾਂ ਹੈ ਨਹੀਂਗਾ ਕਿਸੇ ਗੱਲ ਤੇ, ਦੇਣਾ ਚਾਹੀਦਾ ਇਹਨਾਂ ਨੂੰ। ਪੰਦੇਸ਼ ਸਾਹਿਬ ਜਵਾਬ ਲੈ ਲਈਏ ਜੀ। ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਜੀ। ਮੈਂ ਇੱਕ ਰਮਨਚੰਦ ਜੀ ਨੂੰ ਸਵਾਲ ਪੁੱਛਣਾ ਚਾਹੁੰਦਾ। ਬਿਲਕੁਲ ਕਰੋ ਗੱਲ, ਤੁਸੀਂ ਕਰੋ ਜੀ ਆਪਣਾ ਸਵਾਲ ਲਓ। ਰਮਨ ਜੀ ਨੇ ਇੱਕ ਗੱਲ ਕਹੀ ਹੈ ਕਿ ਭਗਵੰਤ ਮਾਨ ਜੀ ਬਾਕੀ ਨੇਤਾਵਾਂ ਨਾਲੋਂ ਚੰਗੇ ਸਾਬਤ ਹੋਏ। ਮੈਂ ਅਗਰ ਇਹ ਪੁੱਛਣਾ ਚਾਹੁੰਦਾ ਵੀ ਜੇ ਭਗਵੰਤ ਮਾਨ ਜੀ ਇੰਨੇ ਹੀ ਚੰਗੇ ਸਾਬਤ ਹੋ ਰਹੇ ਨੇ ਤਾਂ ਪੰਜਾਬ ਦੀ ਸਰਕਾਰ, ਆਪ ਸਰਕਾਰ ਬਣਨ ਤੋਂ 3 ਮਹੀਨੇ ਬਾਅਦ ਸੰਗਰੂਰ ਵਿੱਚ ਪਾਰਲੀਮੈਂਟ ਦੀ ਇਲੈਕਸ਼ਨ ਹੋਈ। ਚਲੋ ਉੱਥੇ ਇਹਨਾਂ ਦੀਆਂ 3 ਲੱਖ ਵੋਟਾਂ ਕਿਵੇਂ ਘਟ ਗਈਆਂ ਜੇ ਇੰਨੀ ਚੰਗੇ ਸੀ? ਚਲੋ ਉਹ ਮੁੱਦੇ ਤੇ ਜਵਾਬ ਤਾਂ ਉਹਨਾਂ ਨੇ ਦੇਣਾ, ਪਰ ਪਾਰਲੀਮੈਂਟ ਦੇ ਉੱਤੇ ਬਹੁਤ ਸਾਰੀ ਬਹਿਸਾਂ ਪਹਿਲਾਂ ਵੀ ਹੋਈਆਂ। ਰਮਨ ਜੀ, ਜਿਹੜਾ ਪਾਰਲੀਮੈਂਟ ਦਾ ਮਾਮਲਾ ਤਾਂ ਉਠਾਇਆ ਹੀ ਗਿਆ, ਪਰ ਕਿਸਾਨ ਆਗੂਆਂ ਵੱਲੋਂ ਕਿਹਾ ਜ਼ਮੀਨਾਂ ਦੇ ਮੁੱਦੇ ਤੇ, ਆਬਾਦਕਾਰਾਂ ਦੇ ਮੁੱਦੇ ਤੇ ਜੋ ਵਾਅਦੇ, ਜੋ ਗੱਲਾਂ ਕੀਤੀਆਂ ਗਈਆਂ ਸੀ, ਉਹਨਾਂ ਤੇ ਸਰਕਾਰ ਖਰੀ ਨਹੀਂ ਉਤਰਦੀ ਨਜ਼ਰ ਆ ਰਹੀ। ਤੁਸੀਂ ਕਹਿੰਦੇ ਕਿ ਬਾਕੀ ਦਿਆਂ ਨਾਲੋਂ ਭਗਵੰਤ ਮਾਨ ਸਰਕਾਰ ਚੰਗਾ ਕੰਮ ਕਰ ਰਹੀ ਹੈ। ਹੁਣ ਆਪਾਂ ਗੱਲ ਕਰ ਸਕਦੇ ਹਾਂ ਰਮਨ ਜੀ। ਸਿੱਧੂ ਸਾਹਿਬ ਮੈਨੂੰ 2 ਮਿੰਟ ਲਈ ਸਾਰਿਆਂ ਦਾ ਜਵਾਬ ਦੇ ਦੇਣ ਦਿਓ। ਪਲੀਜ਼ ਮੋਸਟ ਵੈਲਕਮ। ਗੁਰਮੀਤ ਜੀ ਨੇ ਗੱਲ ਕੀਤੀ ਸੀ, ਦੇਖੋ ਇੱਕ ਗੁਰਮੀਤ ਜੀ ਨੇ ਇੱਥੇ ਇੱਕ ਕੁਐਸਚਨ ਚੱਕਿਆ ਲਤੀਫਪੁਰੇ ਵਾਲਾ। ਮੈਂ ਆਪਣੇ ਇਸ ਵੀਰ ਨੂੰ ਇਹ ਕਹਿਣਾ ਚਾਹੁੰਦਾ ਕਿ ਜਦੋਂ ਆਪਾਂ ਨੂੰ ਇਹ ਨਹੀਂ ਪਤਾ ਕਿ ਉਹ ਐਕਸ਼ਨ ਪੰਜਾਬ ਸਰਕਾਰ ਦਾ ਹੈ ਜਾਂ ਹਾਇਰ ਅਥਾਰਟੀ, ਆਪਣੇ ਸੁਪਰੀਮ ਕੋਰਟ ਦੇ ਆਰਡਰਾਂ ਤੇ ਹੋਇਆ, ਤਾਂ ਆਪਾਂ ਅੱਜ ਭੰਡ ਫੇਰ ਵੀ ਪੰਜਾਬ ਸਰਕਾਰ ਨੂੰ ਰਹੇ ਆ। ਇੱਕ ਐਗਜ਼ਾਮਪਲਰੀ ਗੱਲ ਹੈ, ਜਦੋਂ ਕਿ ਪੰਜਾਬ ਸਰਕਾਰ ਦਾ ਉਹਦੇ ਵਿੱਚ 1% ਵੀ ਰੋਲ ਨਹੀਂ ਹੈ। ਤੁਸੀਂ ਇਹ ਨਹੀਂ ਸੋਚਦੇ ਕਿ ਉਹਨਾਂ ਦੇ ਉਜਾੜੇ ਵਾਸਤੇ ਪਿਛਲੀਆਂ ਸਰਕਾਰਾਂ ਨੇ ਇਹ ਪ੍ਰਾਪਤ ਯਤਨ ਕੀਤੇ ਹੁੰਦੇ, ਉਹਨਾਂ ਨੂੰ ਮਾਲਕੀ ਹੱਕ ਦਿੱਤੇ ਹੁੰਦੇ, ਤਾਂ ਅੱਜ ਇਹ ਯਤਨ ਨਾ ਹੁੰਦਾ। ਨੰਬਰ 2, ਜਿਹੜੇ ਤੁਸੀਂ ਗੱਲ ਕਰਦੇ ਹੋ ਕਿ ਅੱਜ ਪੰਜਾਬ ਛੋਟੇ ਗਰੀਬ ਕਿਸਾਨਾਂ ਨੂੰ ਏਕੜ 2-2 ਏਕੜ ਵਾਲਿਆਂ ਨੂੰ, ਉਹ ਤਾਂ ਪਹਿਲੇ ਹੀ ਮਾਨ ਸਾਹਿਬ ਜਾਂ ਧਾਲੀਵਾਲ ਸਾਹਿਬ ਇਹ ਗੱਲ ਕਲੀਅਰ ਕਰ ਚੁੱਕੇ ਨੇ ਕਿ ਅਸੀਂ ਬਿਲਕੁਲ ਵੀ ਕਿਸੇ 1 ਕਿੱਲੇ ਜਾਂ ਗਰੀਬ ਵਾਲੇ ਨੂੰ, ਜਿਨ੍ਹਾਂ ਨੇ ਜ਼ਮੀਨਾਂ, ਛੋਟੇ ਕਿਸਾਨ ਨੇ ਜਿਹੜਾ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਨੇ, ਉਹਨਾਂ ਨੂੰ ਅਸੀਂ ਨਹੀਂ ਛੇੜਨਾ। ਜਿਹੜੀ ਪਹਿਲਾਂ ਮਾੜੀ ਮੋਟੀ ਕਿਤੇ ਸਟਾਰਟਿੰਗ ਵੇਲੇ ਕੁਝ ਹੋਇਆ ਸੀ, ਉਹ ਸਾਰਾ ਕੁਝ ਰੋਕ ਦਿੱਤਾ ਗਿਆ ਸੀ। ਔਰ ਸਾਰਾ ਮਾਨ ਸਾਹਿਬ ਨੇ ਕਲੀਅਰ ਕੀਤਾ ਕਿ ਸਾਰੀ ਵੱਡੇ ਮਗਰਮੱਛ ਨੇ ਜਿਹੜਾ 9000 ਏਕੜ ਜ਼ਮੀਨ ਲਈ ਗਈ ਹੈ, ਉਹ ਸਾਰੀ ਵੱਡੇ ਮਗਰਮੱਛਾਂ ਕੋਲ 10-20 ਏਕੜ ਸੀ। ਰਮਨ ਜੀ ਕੇ ਜਵਾਬ ਲੈ ਲਈਏ, ਆਪਾਂ ਜਵਾਬ ਲੈ ਲਈਏ। ਮਹਿਮਾ ਜੀ ਤੁਸੀਂ ਫਿਰ ਪੰਦੇਸ਼ ਸਾਹਿਬ ਤੋਂ ਮੈਂ ਜਵਾਬ ਲੈਣਾ ਚਾਹਾਂਗਾ ਜੀ। ਮਹਿਮਾ ਜੀ। ਚਾਂਦੀ ਜੀ, ਸਿੱਧੂ ਸਾਹਿਬ ਸਾਡੇ ਇਹ ਕਹਿ ਰਹੇ ਨੇ ਵੀ ਉਹ ਪਿਛਲੇ ਸਾਲ ਹੋਇਆ ਸੀ, ਹੁਣ ਰੋਕ ਦਿੱਤਾ ਗਿਆ। ਸਾਡੇ ਇੱਧਰ ਫਿਰੋਜ਼ਪੁਰ ਦੇ ਵਿੱਚ ਹਸੈਨੀ ਵਾਲੇ ਦੇ ਨੇੜੇ ਪਿੰਡ ਹਬੀਬ ਵਾਲਾ, ਉੱਥੇ 19 ਏਕੜ 8 ਕਿਸਾਨਾਂ ਦੀ ਖੋਹਣ ਆਏ ਨੇ, ਉਹ ਰੋਕਿਆ ਸੀ। ਇੱਧਰ ਸਾਡੇ ਪਟਿਆਲੇ ਦੇ ਵਿੱਚ ਇੱਕ ਪਿੰਡ ਹੈਗਾ, ਉੱਥੇ ਗਏ ਨੇ ਵੱਡੀ ਗਿਣਤੀ 'ਚ, ਲਗਭਗ 400 ਏਕੜ ਜ਼ਮੀਨ ਸੀ, ਸਾਰਾ ਪਿੰਡ ਹੀ ਲਗਭਗ ਆਬਾਦਕਾਰ ਕਿਸਾਨ ਹੈ, ਉੱਥੇ ਖੋਹਣ ਗਏ ਨੇ। ਇਹ ਨਵਾਂ ਰੋਕ ਨਹੀਂ ਰਿਹਾ ਜੀ। ਔਰ ਦੂਜੀ ਜਿਹੜੀ ਗੱਲ ਰੱਖੀ ਹੈ ਕਿ ਜੁਮਲਾ ਮਾਲਕਾਂ ਨੂੰ ਪੰਚਾਇਤੀ ਜ਼ਮੀਨਾਂ ਬਣਾ ਦਿੱਤਾ ਗਿਆ ਹੈ ਕਿ ਉਹਦੇ ਤੇ ਲਗਾਤਾਰ ਫੇਰ ਅਗਲੀ ਤਲਵਾਰ ਸਾਡੇ ਉੱਤੇ ਖੜੀ ਹੋਈ ਹੈ। ਜਾਣੀ ਇਸ ਮੁੱਦੇ ਜਿਹੜੀ ਮਸਤਰਕਾ ਮਾਲਕਨ ਦੀ ਗੱਲ ਕਰਦੇ ਹੋ ਤੁਸੀਂ, ਜੁਮਲਾ ਮਾਲਕਾ, ਮਸਤਰਕਾ ਮਾਲਕਾਂ ਨੂੰ ਜਿਹੜਾ ਤੁਸੀਂ ਪੰਚਾਇਤੀ ਵਿੱਚ ਕਨਵਰਟ ਕਰ ਦਿੱਤਾ, ਨਵਾਂ ਕਾਨੂੰਨ ਲੈ ਜਾਂਦਾ ਵੀ ਇਹ ਤਾਂ ਪੰਚਾਇਤੀ ਖਾਤੇ ਦੀ ਜ਼ਮੀਨ ਹੈ। ਇਹ ਵੀ ਸਾਡੇ ਕਿਸਾਨਾਂ ਨਾਲ ਧੱਕਾ। ਦੇਖੋ ਇਹਦਾ ਜਿਹੜਾ ਮਸਤਰਕਾ ਮਾਲਕਨ ਵਾਲਾ ਮਾਲਕੀ ਹੱਕ ਤਾਂ ਪਹਿਲੀ ਅਕਾਲੀ ਦਲ ਦੀ ਸਰਕਾਰ ਨੇ ਕਿਸਾਨਾਂ ਤੋਂ ਖੋਹ ਲਿਆ ਸੀਗਾ। ਤੁਹਾਡੇ ਯਾਦ ਹੋਣਾ ਕਿ 2011 ਚ
ਜੱਜਮੈਂਟ ਦਿੱਤੀ ਸੀ ਉਹ ਅੱਜ ਵੀ ਮੇਰੇ ਖਿਆਲ ਫਰਦਾਂ ਦੇ ਉੱਤੇ ਪ੍ਰਕਾਸ਼ ਸਿੰਘ ਬਾਦਲ ਜੀ ਦੀ ਸਰਕਾਰ ਹੁੰਦੀ ਸੀ ਉਹਨਾਂ ਨੇ ਮਾਲਕਨ ਹੱਕ ਖੋ ਕੇ ਜਾਂ ਤਾਂ ਪੰਚਾਇਤਾਂ ਨੂੰ ਦੇ ਦਿੱਤੇ ਸੀ ਜਾਂ ਸ਼ਹਿਰਾਂ ਦੇ ਵਿੱਚ ਨਗਰ ਕੌਂਸਲਾਂ ਨੂੰ। ਉਹ ਅੱਡ ਗੱਲ ਹੈ ਜੀ, ਉਹ ਕੇਂਦਰ ਦੀ ਜ਼ਮੀਨ ਹੈ 75,000 ਏਕੜ। ਉਹ ਮਸਲਾ ਜੇ ਅੱਡ ਖੜਾ ਹੋਇਆ ਜਿਹਦਾ 2007 ਦੇ ਵਿੱਚ ਇੰਤਕਾਲ ਤੋੜੇ ਗਏ ਨੇ। ਥੈਂਕ ਯੂ ਵੈਰੀ ਮਚ, ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਮਿਹਰਬਾਨੀ। ਮੈਂ ਕਿਸਾਨ ਆਗੂਆਂ ਤੋਂ ਕਮੈਂਟ ਜ਼ਰੂਰ ਲੈਣਾ ਚਾਹਾਂਗਾ। ਪੰਦੇਸਾ ਜੋ ਸਥਿਤੀ ਬਣੀ ਵੀ ਹੈ, ਜੇ ਮੰਗਾਂ ਮੰਨੀਆਂ ਜਾਂਦੀਆਂ ਸਹਿਮਤੀ ਬਣਦੀ ਹੈ, ਚਾਹੇ ਕੇਂਦਰ ਹੈ ਚਾਹੇ ਪੰਜਾਬ ਹੈ, ਤਾਂ ਦਰੁਸਤ ਗੱਲ ਹੈ। ਜੇ ਨਹੀਂ ਮੰਨੀਆਂ ਜਾਂਦੀਆਂ ਤਾਂ ਕੀ ਲੱਗਦਾ ਕਿ ਆਉਣ ਵਾਲੇ ਦਿਨਾਂ 'ਚ ਕਿਸਾਨੀ ਅੰਦੋਲਨ ਸੰਘਰਸ਼ ਤੇਜ਼ ਹੋ ਸਕਦਾ ਹੈ? ਮੰਗਾਂ ਤੇ ਆਪਾਂ ਡਿਸਕਸ ਕੀਤਾ ਹੀ ਹੈ ਜੀ ਪੰਦੇਸ ਸਾਹਿਬ। ਹਾਂ, ਇੱਕ ਮਿੰਟ ਦੇ ਦਿਓ ਬਸ। ਇੱਕ ਤਾਂ ਹੈਗਾ ਵੀ ਠੀਕ ਹੈ, ਕਹਿੰਦੇ ਨੇ ਵੀ ਮਾਨਯੋਗ ਸੁਪਰੀਮ ਕੋਰਟ ਦਾ ਫੈਸਲਾ ਜਾਂ ਹਾਈ ਕੋਰਟ ਦਾ। ਮੈਂ ਦੋ ਫੈਸਲੇ ਸੁਣਾ ਦਿੰਦਾ। ਸਾਡੇ ਹੱਕ 'ਚ ਫੈਸਲਾ ਆਇਆ ਵੀ ਕੈਨ ਐਕਟ ਵੀ ਕਹਿੰਦਾ ਵੀ ਕਿਸਾਨਾਂ ਦੀ 14 ਦਿਨਾਂ ਬਾਅਦ ਜੇ ਪੇਮੈਂਟ ਨਾ ਹੋਈ ਤੇ ਵਿਆਜ ਨਾਲ ਪੈਸੇ ਦਿੱਤੇ ਜਾਣਗੇ। ਉਹ ਸਾਡਾ ਫੈਸਲਾ ਕਦੀ ਨਹੀਂ ਲਾਗੂ ਕੀਤਾ ਜਾਂਦਾ। ਸੁਪਰੀਮ ਕੋਰਟ ਦੀ ਜੱਜਮੈਂਟ ਆ, ਜਸਟਿਸ ਗੰਗੋਲੀ ਜਸਟਿਸ ਸੰਘਵੀ ਦੀ 2008 ਦੀ, ਵੀ ਉਪਜਾਊ ਜ਼ਮੀਨਾਂ ਨਹੀਂ ਖੋਈਆਂ ਜਾਣਗੀਆਂ। ਸਾਰੀਆਂ ਸੜਕਾਂ ਉਪਜਾਊ ਜ਼ਮੀਨਾਂ ਤੇ ਬਣੀਆਂ ਹੈਗੀਆਂ ਨੇ। ਦੂਜਾ ਜੁਮਲਾ ਮੁਸ਼ਤਰਕਾ ਮਾਲਕਨ ਜ਼ਮੀਨਾਂ ਦਾ ਇਸ਼ੂ ਹੋ ਰਿਹਾ ਸੀ। ਸਰਕਾਰ ਨੂੰ ਕਿਹਾ ਵੀ ਜਿਹੜੀ ਸੁਪਰੀਮ ਕੋਰਟ ਦੀ ਜੱਜਮੈਂਟ ਆ ਸਾਨੂੰ ਵਿਖਾਓ ਤਾਂ ਸਹੀ। ਅਸੀਂ ਇਹ ਕੁੱਖ ਕੀਤੀ ਆ। ਬਾਕੀ ਜਿਹੜਾ ਤੁਸੀਂ ਸਵਾਲ ਕੀਤਾ, ਦੇਖੋ ਕਿਸੇ ਨੂੰ ਸ਼ੌਂਕ ਨਹੀਂ ਹੈਗਾ, ਅਨਸਰ ਦੀ ਲੋੜ ਆ। ਦੇਖੋ ਕੋਈ ਹੱਲ ਨਹੀਂ ਹੈਗਾ, ਨਾ ਪੰਜਾਬ 'ਚ ਰੁਜ਼ਗਾਰ ਆ, ਨਾ ਮਜ਼ਦੂਰ ਲਈ ਕੰਮ ਆ। ਖੇਤੀ ਘਾਟੇ ਮੰਦਾ ਕਿੱਤਾ ਸਾਬਤ ਹੋਣ ਦਿਆ। ਕਿਸਾਨ ਸਾਡੇ ਰੋਜ਼ ਖੁਦਕੁਸ਼ੀਆਂ ਕਰ ਰਹੇ ਆ। ਕਰੀਏ ਕੀ? ਇੱਕ ਸਾਇਲੈਂਟ ਮੌਤ ਮਰੀਏ ਜਾਂ ਆਵਾਜ਼ ਚੱਕੀਏ ਡੈਮੋਕ੍ਰੇਸੀ ਦੇ ਵਿੱਚ? ਆਵਾਜ਼ ਚੱਕਣ ਦੀ ਗੱਲ ਆਪਣੇ ਕੋਲ ਸਮਾਂ ਨਹੀਂ ਪੰਦੇਸ ਸਾਹਿਬ। ਮੈਂ ਆਵਾਜ਼ ਚੱਕਣ ਦੇ ਬਾਰੇ ਸਵਾਲ ਕੀਤਾ। ਜੇ ਨਹੀਂ ਸਹਿਮਤੀ ਬਣਦੀ ਤਾਂ ਆਉਣ ਵਾਲੇ ਦਿਨਾਂ 'ਚ ਕਿਸਾਨ ਦੀ ਆਵਾਜ਼ ਹੋਰ ਉੱਚੀ ਹੋਏਗੀ ਸੰਘਰਸ਼ ਲਈ। ਉਹਦੀ ਜ਼ਰੂਰਤ ਆ, ਉਹਦੀ ਜ਼ਰੂਰਤ ਆ ਜੀ, ਉਹਦੀ ਜ਼ਰੂਰਤ ਹੈ। ਇਹ ਤੋਂ ਬਗੈਰ ਚਾਰਾ ਕੋਈ ਨਹੀਂ ਹੈ। ਬਿਲਕੁਲ। ਮੈਂ ਜੀ ਇੱਕ ਸਵਾਲ ਤੁਹਾਡੇ ਕੋਲੋਂ ਵੀ ਇਸੇ ਮੁੱਦੇ ਤੇ, ਤੁਸੀਂ ਮੰਗਾਂ ਦੀ ਗੱਲ ਕੀਤੀ ਆ, ਪਾਣੀਆਂ ਦੀ ਗੱਲ ਕੀਤੀ ਆ, ਕਰਜ਼ੇ ਦੀ ਗੱਲ ਕੀਤੀ ਆ, ਦੂਜੇ ਮੁੱਦਿਆਂ ਦੀ। ਜੇ ਨਹੀਂ ਸਹਿਮਤੀ ਹੁੰਦੀ ਤਾਂ ਫਿਰ ਕੀ ਰਸਤਾ ਤੁਹਾਡੇ ਕੋਲੇ? ਵੇਖੋ ਜੀ, ਸਾਡੀ ਸੰਯੁਕਤ ਮੋਰਚੇ ਦੀ ਮੀਟਿੰਗ ਹੈ 20 ਤਰੀਕ ਨੂੰ ਲੁਧਿਆਣੇ ਵਿੱਚ। ਉਹਦੇ ਤੇ ਜਿਹੜਾ ਅੰਦੋਲਨ ਦਾ ਅਗਲੇ ਦਾ ਐਲਾਨ ਹੋਣਾ ਹੈ। ਔਰ 24 ਤਰੀਕ ਦੀ ਜਿਹੜੀ ਜਨਵਰੀ ਦੀ ਮੀਟਿੰਗ ਹੈ ਕਰਨਾਲ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ, ਉਹਦੇ 'ਚ ਦੇਸ਼ ਵਿਆਪੀ ਅੰਦੋਲਨ ਦੇ ਵੀ ਅੱਗੇ ਅਸੀਂ ਜਿਹੜਾ ਐਲਾਨਣੇ ਨੇ ਐਕਸ਼ਨ ਕੀ ਕੀਤੇ ਜਾਣ। ਕਿਉਂਕਿ ਜਿਹੜੀ ਇਹ ਸਰਕਾਰਾਂ ਨੇ, ਪੰਜਾਬ ਸਰਕਾਰ ਹੈ, ਕੇਂਦਰ ਸਰਕਾਰ ਹੈ, ਇਹਨਾਂ ਦੀ ਜਿਹੜੀ ਨੀਤੀ ਪਾਲਿਸੀ ਉਹ ਕਾਰਪੋਰੇਟਾਂ ਲਈ ਹੈ। ਓਕੇ, ਥੈਂਕ ਯੂ ਮਹਿਮਾ ਜੀ, ਥੈਂਕ ਯੂ ਵੈਰੀ ਮਚ, ਥੈਂਕ ਯੂ। ਰੌਲਾ ਜਿਹੜਾ ਇੱਥੇ ਆ ਵੱਡਾ। ਧੰਨਵਾਦ ਰਮਨ ਜੀ। ਦੋ ਲਾਈਨਾਂ ਤੁਹਾਡੇ ਕੋਲ ਮੈਂ ਜ਼ਰੂਰ ਚਾਹਾਂਗਾ, ਕਿਉਂਕਿ ਕਿਸਾਨ ਆਗੂਆਂ ਦਾ ਕਹਿਣਾ ਸਹਿਮਤੀ ਨਹੀਂ ਬਣੇਗੀ ਤਾਂ ਆਉਣ ਵਾਲੇ ਦਿਨਾਂ 'ਚ ਅੰਦੋਲਨ ਤਿੱਖੇ ਹੋਣਗੇ। ਲੱਗਦਾ ਕਿ ਸਰਕਾਰ ਮਸਲੇ ਦਾ ਹੱਲ ਕਰ ਸਕਦੀ। ਮਾਨ ਸਾਹਿਬ ਪਹਿਲਾਂ ਹੀ ਕਿਸਾਨਾਂ ਦੇ ਹੱਕ 'ਚ ਆਪ ਆਵਾਜ਼ ਉਠਾਉਂਦੇ ਨੇ ਕਿ ਮੈਂ ਆਪ ਕਿਸਾਨ ਦਾ ਪੁੱਤਰ ਹਾਂ। ਉਹ ਪੂਰੀ ਕੋਸ਼ਿਸ਼ ਕਰਨਗੇ। ਮੈਂ ਮਾਨ ਸਾਹਿਬ ਵੱਲੋਂ ਇਹ ਪੂਰਾ ਇਹਨਾਂ ਨੂੰ ਯਕੀਨ ਦਿਵਾਉਣਾ ਇਸ ਗੱਲ ਦਾ ਕਿ ਤੁਹਾਨੂੰ ਇਹ ਲੰਬਾ ਧਰਨਾ ਨਾ ਲਾਉਣਾ ਪਵੇ। ਤੁਹਾਡੀ ਗੱਲ ਆ ਗਈ। ਨੰਬਰ 2 ਤੇ ਦੇਖੋ, ਮੈਂ ਇੱਕ ਮਿੰਟ ਜੀ, ਇੱਕ ਸਿਰਫ 10 ਸੈਕਿੰਡ। ਨੰਬਰ 2 ਤੇ ਦੇਖੋ, ਗੰਨੇ ਦਾ ਬਕਾਇਆ ਪਹਿਲੀਆਂ ਸਰਕਾਰਾਂ ਵੇਲੇ ਕਰੋੜਾਂ ਰੁਪਈਆ ਗੰਨਾ ਮਿੱਲਾਂ ਵੱਲ ਖੜਾ ਰਹਿੰਦਾ ਸੀ, 1 ਰੁਪਈਆ ਨਹੀਂ। ਇਹ ਕਹਿੰਦੇ ਨੇ ਕਿ ਮੈਂ ਮੂੰਗੀ ਦੀ ਫਸਲ ਦੇ ਉੱਤੇ ਦੇਖੋ ਮਾਨ ਸਾਹਿਬ ਨੇ ਕੁਸ਼ਤਾ ਕੀਤਾ ਦੂਜੀਆਂ ਸਰਕਾਰਾਂ ਨਾਲ। ਜੀ ਰਮਨ ਜੀ, ਆ ਗਈ ਗੱਲ ਤੁਹਾਡੀ। ਰਮਨ ਜੀ ਆ ਗਈ, ਬਿਲਕੁਲ। ਉਹਨਾਂ ਦਾ ਪੈਸਾ ਉਹਨਾਂ ਨੂੰ ਥੈਂਕ ਯੂ ਰਮਨ ਜੀ। ਹੁਣ ਆਪਾਂ ਨੰਬਰ 3 ਵਾਲੀ ਗੱਲ ਨਹੀਂ ਆਈ। ਨੰਬਰ 3 ਤੇ ਦੇਖੋ ਜਿਹੜੀ ਸਿੱਧੀ ਬਿਜਾਈ ਵਾਲਾ ਉਹ ਓਕੇ ਰਮਨ ਜੀ, ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਤੁਹਾਡੀ ਗੱਲ ਆ ਗਈ। ਮੈਂ ਚੰਨੀ ਜੀ ਤੋਂ ਵੀ, ਚੰਨੀ ਜੀ ਤੁਸੀਂ ਬਾਰ-ਬਾਰ ਇਹ ਗੱਲ ਕਹੀ ਹੈ ਕਿ ਅਸੀਂ ਕੇਂਦਰ ਦੇ ਨਾਲ ਗੱਲਬਾਤ ਕਰਾਉਣ ਲਈ ਤਿਆਰ ਹਾਂ ਕਿਸਾਨੀ ਮੁੱਦਿਆਂ ਤੇ। ਕਿਸਾਨਾਂ ਦਾ ਕਹਿਣਾ ਕਿ ਸਹਿਮਤੀ ਬਣਦੀ ਨਹੀਂ, ਆਉਣ ਵਾਲੇ ਦਿਨਾਂ 'ਚ ਅੰਦੋਲਨ ਤੇਜ਼ ਹੋ ਸਕਦਾ। ਕਿਵੇਂ ਦੇਖਦੇ ਹੋ ਕਿ ਕੇਂਦਰ ਅਜੇ ਵੀ ਸਹਿਰਦਾ ਹੈ ਕਿਸਾਨਾਂ ਨਾਲ ਗੱਲਬਾਤ ਕਰਨ ਲਈ? ਬਿਲਕੁਲ ਜੀ, ਕੇਂਦਰ ਪੂਰੀ ਤਰ੍ਹਾਂ ਸਹਿਰਦਾ ਹੈ। ਉਹਦਾ ਪਤਾ ਕਿਵੇਂ ਲੱਗੇ? ਕਿਸਾਨ ਕਹਿੰਦੇ ਆ, ਕਿਸ ਤਰ੍ਹਾਂ ਪਤਾ ਲੱਗੇ ਕਿ ਸਹਿਰਦਾ ਹੈ? ਕੋਈ ਗੱਲਬਾਤ ਦਾ ਡਾਇਲਾਗ ਹੋਏਗਾ ਜਾਂ ਸਿਰਫ ਟੀਵੀ ਦੇ ਉੱਤੇ ਡਿਸਕਸ਼ਨ ਦੀ ਗੱਲ ਕਰ ਰਹੇ ਆਪਾਂ? ਨਹੀਂ, ਡਾਇਲਾਗ ਜ਼ਰੂਰ ਹੋਊਗਾ ਜੀ, ਡਾਇਲਾਗ ਹੋਊਗਾ, ਹਰ ਹਾਲ 'ਚ ਡਾਇਲਾਗ ਹੋਊਗਾ। ਤੇ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ, ਰਮਨ ਚਾਂਦੀ ਜੀ ਨੇ ਕਿਹਾ ਵੀ ਜਿਹੜਾ ਲਖੀਮਪੁਰ ਦਾ ਕੇਸ ਹੈ ਸੁਪਰੀਮ ਕੋਰਟ ਦਾ ਆਰਡਰਾਂ ਤੇ ਹੋਇਆ। ਦੇਖੋ, ਇਸ ਗੱਲ ਦਾ ਕੋਈ ਇਸ ਗੱਲ ਦਾ ਵਿਰੋਧ ਨਹੀਂ ਕਰਦਾ ਵੀ ਨਜਾਇਜ਼ ਕਬਜ਼ਾ ਖਾਇਆ ਜਾਏ, ਪਰ ਗੱਲ ਇਹ ਹੈ ਵੀ ਉਹ ਬੰਦਿਆਂ ਨੂੰ ਉਠਾਉਣ ਤੋਂ ਪਹਿਲਾਂ ਉਹਨਾਂ ਦੀ ਕੋਈ ਰਿਹੈਬਿਲਿਟੇਸ਼ਨ, ਕੋਈ ਆਲਟਰਨੇਟਿਵ ਪ੍ਰਬੰਧ ਕਿਉਂ ਨਹੀਂ ਕੀਤੇ ਗਏ? ਚਲੋ, ਇਹਨਾਂ ਨੂੰ ਸਰਕਾਰ ਨੂੰ ਚਾਹੀਦਾ ਸੀ ਉਹਨਾਂ ਦੇ ਘਰ ਢਾਉਣ ਤੋਂ ਪਹਿਲਾਂ ਉਹਨਾਂ ਲਈ ਕੋਈ ਨਾ ਕੋਈ ਕੱਚੇ ਪ੍ਰਬੰਧ ਕੀਤੇ ਜਾਂਦੇ। ਚੰਨੀ ਜੀ, ਥੈਂਕ ਯੂ ਵੈਰੀ ਮਚ। ਆਪਾਂ ਨੂੰ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਬਹੁਤ ਬਹੁਤ ਮਿਹਰਬਾਨੀ। ਆਪਾਂ ਫਿਰ ਕਦੇ ਨਾ ਮੁੱਦਿਆਂ ਨੂੰ ਲਵਾਂਗੇ। ਸਾਰੇ ਮਹਿਮਾਨਾਂ ਦਾ ਮੇਰੇ ਵੱਲੋਂ ਬਹੁਤ ਬਹੁਤ ਧੰਨਵਾਦ। ਮੁੱਦਾ ਪੰਜਾਬ ਦੀ ਕਿਸਾਨੀ ਦਾ ਹੈ ਕਿ ਕਿਉਂ ਕਿਸਾਨੀ ਸੰਘਰਸ਼ ਦੀ ਆਵਾਜ਼ ਗੂੰਜ ਪੰਜਾਬ 'ਚੋਂ ਦੁਆਰਾ
ਸੁਣਾਈ ਦੇ ਰਹੀ ਆ। ਕਿਸਾਨਾਂ ਦਾ ਕਹਿਣਾ ਜੇ ਮੰਗਾਂ ਤੇ ਸਹਿਮਤੀ ਨਹੀਂ ਬਣੇਗੀ, ਚਾਹੇ ਕੇਂਦਰ ਹੈ ਚਾਹੇ ਪੰਜਾਬ ਹੈ, ਆਉਣ ਵਾਲੇ ਦਿਨਾਂ 'ਚ ਲੰਬੇ ਤੇ ਵੱਡੇ ਸੰਘਰਸ਼ ਵਿੱਢੇ ਜਾਣਗੇ। ਸਰਕਾਰਾਂ ਦੇ ਦਾਅਵੇ ਹੈ ਕਿ ਅਸੀਂ ਕਿਸਾਨਾਂ ਦੇ ਹਿਤੈਸ਼ੀ ਹਾਂ। ਇਸ ਦਾ ਜਵਾਬ ਆਉਣ ਵਾਲੇ ਦਿਨਾਂ 'ਚ ਪਤਾ ਲੱਗੇ ਕਿ ਕੌਣ ਕਿਸ ਦਾ ਹਿਤੈਸ਼ੀ। ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ, ਜਿੱਥੇ ਆਪਾਂ ਮਹਿਮਾਨਾਂ ਦੇ ਧੰਨਵਾਦੀ, ਉੱਥੇ ਨਾਲ ਹੀ ਤੁਹਾਡੇ ਵੱਲੋਂ ਵੀ ਲਵਾਂਗੇ ਇਜਾਜ਼ਤ। ਸਤਿ ਸ੍ਰੀ ਅਕਾਲ।